ਭਗਤ ਨਾਮਦੇਵ ਜੀ ਦੇ ਪਾਵਨ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ। ਇਹ ਸ਼ਬਦ ਦੀ ਜਿਹੜੀ ਲੈਂਗੁਏਜ ਹੈ ਇਹ ਮਰਾਠੀ, ਕਿਉਂਕਿ ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ, ਇਸ ਕਰਕੇ ਸਾਰੀ ਸ਼ਬਦਾਵਲੀ ਅੱਖਰ ਮਰਾਠੀ ਭਾਸ਼ਾ ਦੇ ਤੁਹਾਨੂੰ ਮਿਲਣਗੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਤੇ ਇਹ ਵੀ ਰਹਿਮਤ ਕੀਤੀ ਹੈ, ਨਹੀਂ ਤਾਂ ਆਮ ਸਕ੍ਰਿਪਚਰਸ ਦੇ ਵਿੱਚ ਤਾਂ ਜਿੰਨੇ ਵੀ ਧਾਰਮਿਕ ਹੋਰ ਗ੍ਰੰਥ ਨੇ ਉਹਨਾਂ ਦੇ ਵਿੱਚ ਕੇਵਲ ਉਹਨਾਂ ਦੇ ਆਪਣੇ ਪੈਗੰਬਰ ਦੀ ਜਿਹੜੀ ਕਲਾਮ ਦਰਜ ਹੈ। ਗੁਰੂ ਸਾਹਿਬ ਜੀ ਨੇ, ਕਿਉਂਕਿ ਨੌਲੇਜ ਸਾਰੀ ਮਨੁੱਖਤਾ ਦੇ ਲਈ ਹੈ, ਤੇ ਜਿਸ ਵੀ ਧਰਤੀ ਤੇ ਕੋਈ ਵੀ ਮਨੁੱਖ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਮਝ ਕੇ ਗਿਆਨ ਪ੍ਰਗਟ ਕਰ ਰਿਹਾ ਹੈ, ਤੇ ਹਜ਼ੂਰ ਨੇ ਉਹ ਸਾਰੇ ਭਗਤਾਂ ਦੀ ਬਾਣੀ ਇਕੱਤਰ ਕਰਕੇ ਮਨੁੱਖ ਦੀ ਸੋਚ ਨੂੰ ਸੈਕੂਲਰ ਬਣਾਇਆ ਹੈ। ਵੀ ਜੇ ਅਕਾਲ ਪੁਰਖ ਵਾਹਿਗੁਰੂ ਦੀ ਗੱਲ, ਉਹਦੀ ਭਗਤੀ ਦੀ ਗੱਲ, ਮਨੁੱਖਤਾ ਦੀ ਸੇਵਾ ਦੀ ਗੱਲ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਵੀ ਮਹਾਂਪੁਰਸ਼ ਕਰਨ ਵਾਲਾ ਹੈ, ਇੱਕ ਤਾਂ ਉਹਦਾ ਸਤਿਕਾਰ ਹੋਣਾ ਚਾਹੀਦਾ ਹੈ, ਦੂਸਰਾ ਉਹਦੇ ਤੋਂ ਸਾਰਿਆਂ ਨੂੰ ਲਾਭ ਲੈਣਾ ਚਾਹੀਦਾ। ਇੱਕ ਵਾਰੀ ਪੜ੍ਹੇ ਲਿਖੇ ਨੌਜਵਾਨ ਨੇ ਸਵਾਲ ਕੀਤਾ ਸੀ ਕਿ ਆਪਾਂ ਦੂਸਰੀ ਦੁਨੀਆ ਦੇ ਅੰਦਰ ਕੋਈ ਵੀ ਚੀਜ਼ ਹੋਵੇ, ਕੋਈ ਵਿਗਿਆਨ ਦੀ ਇਨਵੈਂਸ਼ਨ ਹੈ, ਖੋਜ ਹੈ, ਮੰਨ ਲਓ ਫੋਨ ਹੈ, ਇੱਕ ਬੰਦੇ ਨੇ ਉਹਦੀ ਖੋਜ ਕੀਤੀ ਹੈ ਤੇ ਉਹਦੇ ਤੋਂ ਲਾਭ ਸਾਰੀ ਦੁਨੀਆ ਦੇ ਲੋਕ ਉਹਨੂੰ ਯੂਜ਼ ਕਰ ਲੈਂਦੇ ਨੇ। ਇਹ ਨਹੀਂ ਵੇਖਿਆ ਜਾਂਦਾ ਵੀ ਉਹ ਈਸਾਈ ਸੀ, ਉਹਦਾ ਧਰਮ ਕੀ ਸੀ। ਤੇ ਅਸਲ ਦੇ ਵਿੱਚ ਜਿਹੜਾ ਉਹਦੇ ਤੋਂ ਉਹਦਾ ਧਰਮ ਨਹੀਂ ਵੇਖਿਆ ਜਾਂਦਾ, ਕਿਹੜੇ ਦੇਸ਼ ਦੇ ਵਿੱਚ ਪੈਦਾ ਹੋਇਆ। ਅੱਜ ਸਾਰਾ ਗਲੋਬਲਾਈਜੇਸ਼ਨ ਹੋਣ ਕਰਕੇ ਇੱਕ ਬੰਦੇ ਦਾ ਪ੍ਰੋਡਕਟ ਸਾਰੀ ਦੁਨੀਆ ਦੇ ਲੋਕ ਬਿਨਾਂ ਵਿਤਕਰੇ ਤੋਂ ਯੂਜ਼ ਕਰ ਲੈਂਦੇ ਨੇ। ਆਪਾਂ ਵੀ ਯੂਜ਼ ਕਰਨੇ ਆ, ਵੀ ਵੇਖਦੇ ਨਹੀਂ ਵੀ ਕਿੰਨੇ ਅਸੈਂਬਲ ਕੀਤਾ ਹੈ, ਕਿੰਨੇ ਇਨਵੈਂਸ਼ਨ ਕੀਤੀ, ਉਹਦਾ ਧਰਮ ਕੀ ਸੀ, ਉਹਦਾ ਨੇਸ਼ਨ ਕੀ ਸੀ, ਉਹਦਾ ਕਲਰ ਕੀ ਸੀ। ਇਸੇ ਤਰ੍ਹਾਂ ਸਾਰੀਆਂ ਇਨਵੈਂਸ਼ਨਸ ਦੇ ਨਾਲ ਵਾਪਰਦਾ। ਪਰ ਜਦੋਂ ਧਰਮ ਦੀ ਗੱਲ ਹੁੰਦੀ ਨਾ, ਆਮ ਕਰਕੇ ਬਹੁਤੇ ਲੋਕ ਧਾਰਮਿਕ ਜਿਹੜੇ ਨੇ ਉਹ ਸੰਕੀਰਨ ਸੋਚਦੇ ਵੀ ਹੋ ਜਾਂਦੇ ਨੇ। ਪਹਿਲੀ ਗੱਲ ਤੇ ਇੱਕ ਧਰਮ ਦੇ ਵਿਚਾਰ ਕੇਵਲ ਉਹ ਸੇਮ ਧਰਮ ਦੇ ਲੋਕ ਮੰਨਦੇ ਨੇ, ਬਾਕੀ ਉਸ ਤੋਂ ਨਾਸਤਕ ਹੀ ਹੁੰਦੇ ਨੇ ਤਕਰੀਬਨ, ਉਹਨਾਂ ਦੀ ਕੋਈ ਵੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦਾ। ਦੂਸਰੀ ਗੱਲ, ਕੋਈ ਕੋਈ ਬੰਦਾ ਸੈਕੂਲਰ ਵੀ ਹੁੰਦਾ ਹੈ ਤੇ ਅਸਲ ਦੇ ਵਿੱਚ ਜਿਹੜਾ ਬਹੁਤੀ ਵਾਰੀ ਦੂਸਰੇ ਦੇ ਚੰਗੇ ਵਿਚਾਰਾਂ ਨੂੰ ਵੀ ਆਮ ਬੰਦਾ ਜਿਹੜਾ ਸਵੀਕਾਰ ਨਹੀਂ ਕਰਦਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂਆਤ ਕੀਤੀ। ਹਜ਼ੂਰ ਨੇ ਕਿਸੇ ਬਾਬਾ ਫਰੀਦ ਜੀ, ਭਾਵੇਂ ਇਸਲਾਮ ਨੂੰ ਮੰਨਦੇ ਨੇ, ਉਹਨਾਂ ਦੇ ਕੁਝ ਥਾਟ ਜਾਂ ਪਰੰਪਰਾਵਾਂ ਐਸੀਆਂ ਨੇ ਜਿਹੜੀਆਂ ਸਿੱਖ ਧਰਮ ਦੇ ਲੋਕ ਕਦੇ ਵੀ ਉਹ ਆਪਣੇ ਜੀਵਨ ਦੇ ਵਿੱਚ ਨਾ ਪਿੱਛੇ ਅਪਣਾਇਆ ਤੇ ਨਾ ਇਨ ਫਿਊਚਰ ਅਪਣਾਉਣਗੇ। ਜਿਵੇਂ ਬਾਬਾ ਫਰੀਦ ਜੀ ਜ਼ਿਕਰ ਕਰਦੇ ਨੇ, ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬਹੂ ਚੱਲ ਨਾ ਆਇਓ ਪੰਜੇ ਵਕਤ ਮਸੀਤ। ਹੁਣ ਇਹ ਗੱਲ ਨੂੰ ਆਪਾਂ ਤੇ ਕਦੇ ਵੀ ਚੱਲ ਕੇ ਨਹੀਂ ਗਏ ਤੇ ਨਾ ਹੀ ਅਸਲ ਦੇ ਵਿੱਚ ਅਸੀਂ ਕਦੇ ਜਾਣਾ ਇਨ ਫਿਊਚਰ ਵੀ 5 ਵਕਤ ਦੀ ਨਮਾਜ਼ ਅਦਾ ਕਰਨ ਲਈ ਬੰਦਾ ਜਾਏ। ਪਰ ਫਿਰ ਵੀ ਅਸਲ ਵਿੱਚ ਉਹਨਾਂ ਨੂੰ ਸੱਚ ਦੀ ਜਿਹੜੀ ਉਹਨਾਂ ਦਾ ਧਰਮ ਹੈ ਉਹਦੇ ਮੁਤਾਬਕ ਉਹਨਾਂ ਦੀ ਜਿਹੜਾ ਡਿਸਿਪਲਿਨ ਹੈ ਉਹਦੀ ਵੀ ਇਜਾਜ਼ਤ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਦੇ ਰਹੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ। ਫਿਰ ਗੁਰੂ ਸਾਹਿਬ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ, ਜਿਹੜੇ ਜਿਹੜੇ ਇਲਾਕੇ ਦੇ ਵਿੱਚ ਗਏ ਨੇ, ਇਹਦੀ ਲਿਪੀ ਤੇ ਅੱਜ ਸਾਨੂੰ ਗੁਰਮੁਖੀ ਮਿਲਦੀ ਹੈ, ਪਰ ਲੈਂਗੁਏਜਿਸ ਵੱਖ-ਵੱਖ ਨੇ। ਜਿਹਦਾ ਮਤਲਬ ਹੈ ਅਸੀਂ ਜਿੱਥੇ ਆਪਣੀ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰਨਾ, ਨੋ ਡਾਊਟ ਵੀ ਸਾਡਾ ਸਾਰਾ ਇਤਿਹਾਸ ਉਹਦੇ ਦੇ ਵਿੱਚ ਹੈ। ਅਸੀਂ ਆਪਣੇ ਇੱਕ ਵੱਖਰਾ ਖਿੱਤਾ ਹੋਣ ਕਰਕੇ ਇਹਦੀ ਪੈਰਵੀ ਪੂਰਨ ਤੌਰ ਤੇ ਕਰਨੀ ਹੈ।
ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਧਰੇ ਹਿੰਦੀ ਜਾਂ ਪ੍ਰਾਕ੍ਰਿਤ ਬ੍ਰਜ ਭਾਸ਼ਾ, ਮਰਾਠੀ, ਅਰਬੀ, ਇਹ ਸਾਰੀਆਂ ਜਦੋਂ ਯੂਜ਼ ਗੁਰੂ ਸਾਹਿਬ ਜੀ ਕਰਦੇ ਨੇ ਲਫ਼ਜ਼, ਇਹ ਗੁਰੂ ਸਾਹਿਬ ਜੀ ਦੱਸ ਦਿੰਦੇ ਨੇ ਵੀ ਦੁਨੀਆ ਦੀਆਂ ਹੋਰ ਭਾਸ਼ਾ ਵੀ ਸਾਨੂੰ ਗਿਆਨਵਾਨ ਹੋਣ ਦੇ ਲਈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੂੰ ਜਗਤ ਗੁਰੂ ਇਸੇ ਲਈ ਕਿਹਾ ਜਾਂਦਾ ਵੀ ਜਿਹੜੇ ਇਲਾਕੇ ਦੇ ਵਿੱਚ ਜਾਂਦੇ ਨੇ, ਜਿਹੜੀ ਉਹਨਾਂ ਦੀ ਲੋਕਾਈ ਦੀ ਬੋਲੀ ਹੈ, ਉਹਨਾਂ ਨੂੰ ਗੁਰੂ ਸਾਹਿਬ ਕੇਵਲ ਇੱਕ ਖਿੱਤੇ ਤੱਕ ਤੇ ਆਪਾਂ ਸੀਮਿਤ ਨਹੀਂ ਕਰ ਸਕਦੇ। ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਲੋਕਲ ਬੋਲੀ ਵੀ ਗੁਰੂ ਸਾਹਿਬ ਜੀ ਨੇ ਵਰਤੀ ਬਾਣੀ ਦੇ ਅੰਦਰ। ਤੇ ਇਸ ਲਈ ਜਦੋਂ ਭਗਤ ਨਾਮਦੇਵ ਜੀ ਇਸ ਮਰਾਠੀ ਸ਼ਬਦ ਦੇ ਅੰਦਰ, ਮਰਾਠੀ ਭਾਸ਼ਾ ਦੇ ਵਿੱਚ ਸ਼ਬਦ ਉਚਾਰਨ ਕਰਦੇ ਨੇ, ਗੁਰੂ ਸਾਹਿਬ ਜੀ ਨੇ ਇਹ ਦਰਜ ਕਰਕੇ, ਹਾਲਾਂਕਿ ਆਮ ਬੰਦਾ ਇਸ ਤਰ੍ਹਾਂ ਸੋਚ ਸਕਦਾ ਵੀ ਇਹ ਮਰਾਠੀ ਦਾ ਸ਼ਬਦ ਹੈ, ਤੇ ਪੰਜਾਬ ਦੇ ਲੋਕਾਂ ਤੱਕ ਲੈ ਕੇ ਆਉਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ, ਪੋਥੀ ਪਰਮੇਸ਼ਰ ਕਾ ਥਾਨ ਦੇ ਵਿੱਚ, ਵੀ ਉੱਥੇ ਤਾਂ ਕੋਈ ਮਰਾਠੀ ਬੋਲਦਾ ਨਹੀਂ, ਸਮਝਦਾ ਨਹੀਂ। ਪਰ ਗੁਰੂ ਸਾਹਿਬ ਜੀ ਨੇ ਸਾਨੂੰ ਲਿਟਰੇਚਰ ਪੜ੍ਹਨ ਦੇ ਲਈ ਔਰ ਅਸਲ ਦੇ ਵਿੱਚ ਗਿਆਨਵਾਨ ਹੋਣ ਦੇ ਲਈ ਇਹ ਬੜੇ ਕਮਾਲ ਦੀ ਸ਼ੁਰੂਆਤ ਕੀਤੀ ਹੈ ਕਿ ਅਸਲ ਦੇ ਵਿੱਚ ਗਿਆਨ ਜਿਸ ਮਰਜ਼ੀ ਭਾਸ਼ਾ ਦੇ ਵਿੱਚ ਹੋਵੇ ਤੇ ਤੁਸੀਂ ਉਹ ਹਾਸਲ ਕਰਨਾ, ਰੱਬੀ ਗਿਆਨ, ਚੰਗੀ ਗੱਲ ਸਿੱਖਣ ਦਾ ਯਤਨ ਕਰਨਾ। ਤੇ ਅੱਜ ਦੇ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਨੇ ਜ਼ਿਕਰ ਕੀਤਾ ਹੈ, ਕਿਉਂਕਿ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀਆਂ ਤੁਕਾਂ ਦੇ ਵਿੱਚ ਹੁੰਦਾ ਹੈ। ਤੇ ਹਜ਼ੂਰ ਕਹਿ ਰਹੇ ਨੇ, ਪਹਿਲ ਪੁਰਸਾ ਬੇਰਾ, ਜਿਹੜੀ ਪਹਿਲੀ ਅਵਸਥਾ ਹੈ ਨਾ, ਪਹਿਲਾਂ ਉਸ ਅਕਾਲ ਪੁਰਸਾ ਬਿਰਾ, ਉਹ ਅਕਾਲ ਪੁਰਖ ਵਾਹਿਗੁਰੂ ਦੀ ਆਪਣੇ ਆਪ ਤੋਂ ਆਪ ਆਮਦ ਹੁੰਦੀ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਹਿਬੰਗ ਕਿਹਾ ਗਿਆ ਹੈ, ਸੈਲਫ ਇਲੂਮੀਨੇਟਿਡ ਆ, ਉਹਨੇ ਆਪਣੇ ਆਪ ਦਾ ਪ੍ਰਕਾਸ਼ ਆਪ ਕੀਤਾ ਹੈ। ਕਿਸੇ ਨੇ ਵੀ ਅਕਾਲ ਪੁਰਖ ਨੂੰ ਬਣਾਇਆ ਨਹੀਂ ਹੈ। ਹਾਲਾਂਕਿ ਅੱਜ ਦੀ ਜਿਹੜੀ ਭਾਸ਼ਾ ਹੈ ਪੜ੍ਹੇ ਲਿਖਿਆਂ ਦੀ, ਉਹ ਕਈ ਵਾਰੀ ਕਹਿੰਦੇ ਨੇ ਕਿ ਰੱਬ ਇੱਕ ਕਨਸੈਪਟ ਹੈ ਜਿਹੜਾ 7000 ਸਾਲ ਪਹਿਲਾਂ ਬੰਦੇ ਦੁਆਰਾ ਦਿੱਤਾ ਗਿਆ। ਜਿਵੇਂ ਦਾ ਬੰਦਾ ਆਪ ਹੈ ਉਸ ਤਰ੍ਹਾਂ ਦੇ ਗੁਣ ਅਸਲ ਦੇ ਵਿੱਚ ਉਹਦੇ ਵਿੱਚ ਮੰਨ ਲੈਣੇ। ਪੈਗੰਬਰਾਂ ਨੇ ਵੀ ਜਿਹੜੀ ਰੱਬ ਦੀ ਪਰਿਭਾਸ਼ਾ ਦਿੱਤੀ, ਜੋ ਲੋਕਾਈ ਨੂੰ ਲੋੜ ਸੀ ਉਹ ਗੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਬਿਆਨ ਕੀਤੇ ਗਏ ਨੇ। ਜਿਵੇਂ ਮੰਨ ਲਓ ਰੱਬ ਇੱਕ ਹੈ, ਇਹਦਾ ਮਤਲਬ ਸੀ ਇਕੁਐਲਿਟੀ ਦੀ, ਸਾਰੀ ਦੁਨੀਆ ਨੂੰ ਏਕਤਾ ਦੀ ਲੋੜ ਸੀ। ਤੇ ਇਕੁਐਲਿਟੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਸਾਰੀ ਦੁਨੀਆ ਨੂੰ ਪੈਦਾ ਕੀਤਾ ਤੇ ਉਹ ਇੱਕ ਹੀ ਹੈ। ਇਹ ਬਿਆਨ ਕਰਕੇ ਦੁਨੀਆ ਨੂੰ ਇੱਕ ਹੋਣ ਦਾ, ਆਪਸੀ ਲੜਾਈ ਝਗੜੇ ਵਿਤਕਰੇ, ਦੂਸਰੇ ਦਾ ਅਪਮਾਨ ਕਰਨਾ, ਇਹ ਛਡਾਉਣ ਦੇ ਲਈ, ਔਗਣ ਛਡਾਉਣ ਦੇ ਲਈ ਇੱਕ ਰੱਬ ਦਾ ਕਨਸੈਪਟ ਦਿੱਤਾ ਗਿਆ। ਬੰਦੇ ਨੂੰ ਸੱਚਾਈ ਦੀ ਲੋੜ ਸੀ ਤੇ ਇਸ ਕਰਕੇ ਉਸ ਅਕਾਲ ਪੁਰਖ ਨੂੰ ਕਿਹਾ ਗਿਆ ਵੀ ਉਹ ਸਦਾ ਜਿਹੜਾ ਸੱਚਾਈ ਪਸੰਦ ਹੈ ਤੇ ਸੱਚੇ ਲੋਕਾਂ ਨੂੰ ਹੀ ਪ੍ਰੇਮ ਕਰਦਾ ਹੈ। ਇਸ ਕਰਕੇ ਬੰਦੇ ਦੇ ਅੰਦਰ ਕ੍ਰੀਏਟੀਵਿਟੀ ਭਰਨੀ ਸੀ ਤੇ ਉਹਨੂੰ ਕਰਤਾ ਦੇ ਰੂਪ ਦੇ ਵਿੱਚ ਬਿਆਨ ਕੀਤਾ ਗਿਆ। ਜਿਹੜੇ ਗੁਣ ਚਾਹੀਦੇ ਸੀ ਨਾ ਬੰਦੇ ਦੇ ਵਿੱਚ, ਉਹ ਰੱਬ ਦੇ ਵਿੱਚ, ਜਿਵੇਂ ਅਕਾਲ ਪੁਰਖ ਵਾਹਿਗੁਰੂ ਦਾ ਅੰਤਰਜਾਮੀ ਦਾ ਕਨਸੈਪਟ ਹੈ। ਤੇ ਇਹ ਮੰਨਿਆ ਗਿਆ ਕਿ ਬੰਦੇ ਨੂੰ ਵੀ ਸੁਪਰਫਿਸ਼ੀਅਲੀ ਚੀਜ਼ਾਂ ਵੇਖਣ ਦੀ ਬਜਾਏ, ਕਿਉਂਕਿ ਬਹੁਤ ਸਾਰੇ ਮਸਲੇ ਜਿਹੜੇ ਜ਼ਿੰਦਗੀ ਦੇ ਤਾਂ ਹੱਲ ਹੁੰਦੇ ਨੇ ਜੇ ਬੰਦਾ ਬਿਲਕੁਲ ਡੀਪਲੀ ਚੀਜ਼ਾਂ ਨੂੰ ਵੇਖਣਾ ਸ਼ੁਰੂ ਕਰੇ। ਤੁਸੀਂ ਵੇਖੋ, ਬਾਹਰੋਂ ਜਿਹੜਾ ਖੂਨ ਹੈ, ਸਾਡੇ ਬਲੱਡ ਹੈ ਤੇ ਮਾਸ ਹੈ, ਸਿਰਫ ਇੰਨਾ ਕਿ ਸਾਡੀ ਉੱਪਰਲੀ ਨਜ਼ਰ ਦੇ ਨਾਲ ਵੇਖਿਆ ਮਿਲਦਾ। ਮੈਡੀਕਲ ਸਾਇੰਸ ਸਾਰੀ ਵੀ ਬੰਦੇ ਦੇ ਅੰਦਰ ਕੀ ਹੈ ਤੇ ਕਿਵੇਂ ਸਾਰਾ ਆਰਗੇਨਿਜ਼ਮ ਕੰਮ ਕਰਦਾ ਹੈ ਤੇ ਇਕੱਲੇ ਆਰਗਨ ਦੀ ਅਸਲ ਦੇ ਵਿੱਚ ਉਹ ਫੰਕਸ਼ਨੈਲਿਟੀ ਕੀ ਹੈ ਤੇ ਬੰਦੇ ਦੇ ਬਲੱਡ ਦੇ ਵਿੱਚ ਕੀ ਹੋਰ ਹੋ ਸਕਦਾ ਹੈ, ਉਹ ਡੀਪਲੀ ਅੰਦਰੋਂ ਜਾਣ ਕੇ ਉਹਦੇ ਸੋਲੂਸ਼ਨ ਲੱਭੇ ਗਏ ਨੇ। ਇਸ ਤਰ੍ਹਾਂ ਮਟੀਰੀਅਲੋਜਿਸਟ ਜਿਹੜੇ ਨੇ, ਮੌਸਮ ਵਿਭਾਗ ਦੇ ਵਿਗਿਆਨੀ, ਬਾਹਰੋਂ ਤੇ ਅਸੀਂ ਜਿਹੜਾ ਉੱਪਰਲੀਆਂ ਨਜ਼ਰਾਂ ਨਾਲ ਵੇਖਦੇ ਹਾਂ, ਪਰ ਅੰਦਰੋਂ ਵੇਖ ਕੇ ਉਹ ਮੌਸਮ ਦੇ ਬਾਰੇ, ਵੈਦਰ ਦੇ ਬਾਰੇ ਚੰਗੀ ਪ੍ਰੈਡਿਕਸ਼ਨ ਕਰਨ ਦੇ ਸਮਰੱਥ ਹੁੰਦੇ ਨੇ ਤੇ ਬੰਦੇ ਦੇ ਬਹੁਤ ਸਾਰੇ ਮਸਲੇ ਹੱਲ ਹੁੰਦੇ ਨੇ। ਇਸ ਕਰਕੇ ਤੁਸੀਂ ਵੇਖੋ, ਜੀਵਨ ਦੇ ਹਰ ਫੀਲਡ ਦੇ ਵਿੱਚ ਬੰਦੇ ਨੂੰ
ਬੜਾ ਡੀਪਲੀ ਸੋਚਣਾ ਆਉਣਾ ਚਾਹੀਦਾ। ਤੇ ਰੱਬ ਦਾ ਇਹ ਗੁਣ ਜਿਹੜਾ ਬਿਆਨ ਕੀਤਾ ਗਿਆ, ਅਸਲ ਦੇ ਵਿੱਚ ਵਿਦਵਾਨ ਕਹਿੰਦੇ ਨੇ ਇਹ ਬੰਦੇ ਨੂੰ ਡੀਪਲੀ ਸੋਚਣ ਦੀ ਆਦਤ ਪਾਉਣ ਦੇ ਲਈ, ਜਿਹੜਾ ਵੈਸੇ ਤੇ ਉਹ ਅੰਦਰ ਦੀਆਂ ਜਾਣਨ ਵਾਲਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ, ਇਸ ਕਰਕੇ ਜਿਹੜੇ ਜਿਹੜੇ ਗੁਣ ਬੰਦੇ ਨੂੰ ਲੋੜ ਸੀ ਨਾ, ਉਹ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਤੇ ਉਹਦੇ ਨਾਲ ਇੱਕ ਮਿਕ ਹੋਣ ਦਾ ਮਤਲਬ ਸੀ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਗੁਣ ਕਹੈ ਗੁਣੀ ਸਮਾਵਣਿਆ, ਉਹਦੇ ਸਾਰੇ ਗੁਣ ਧਾਰਨ ਕਰ ਕਰਕੇ ਉਹਦੇ ਨਾਲ ਇੱਕ ਮਿਕ ਹੋਣਾ ਹੈ, ਸਮਾ ਜਾਣਾ ਉਹਦੇ ਵਿੱਚ। ਤੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਬਿਆਨ ਕੀਤੇ ਗਏ। ਇਸ ਲਈ ਕੁਝ ਬੰਦਿਆਂ ਨੇ ਇਹ ਵੀ ਕਿਹਾ ਵੀ ਬੰਦੇ ਨੇ ਆਪਣੇ ਦਿਮਾਗ ਦੇ ਵਿੱਚੋਂ ਰੱਬ ਦਾ ਕਨਸੈਪਟ ਦਿੱਤਾ ਹੈ, ਪਰ ਇਹ ਸ਼ਬਦ ਨੂੰ ਜਦੋਂ ਅਸੀਂ ਵੇਖਦੇ ਹਾਂ ਨਾ ਡੀਪ ਦੇ ਨਾਲ, ਜਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਹਜ਼ੂਰ ਰੱਬ ਦੀ ਹੋਂਦ ਨੂੰ ਮੰਨਦੇ ਨੇ, ਤੇ ਬਿਨਾਂ ਉਹ ਕਨਸੈਪਟ ਤੋਂ ਵੀ ਅੱਗੇ ਚੱਲ ਕੇ ਮੰਨਦੇ ਨੇ ਗੁਰੂ ਸਾਹਿਬ ਵੀ ਬੰਦੇ ਦਾ ਕੱਲਾ ਦਿੱਤਾ ਹੋਇਆ ਨਹੀਂ, ਉਹਦੀ ਹੋਂਦ ਐਗਜ਼ਿਸਟੈਂਸ ਹੈ। ਜਿਵੇਂ ਆਪੀ ਨੇ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਨ ਡਿਠੋ ਜਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਕਰ ਅੱਠ ਆਸਨ ਡਿਠੋ ਚਾਓ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਜਿੰਨੀਆਂ ਰੱਬ ਦੇ ਬਾਰੇ ਕੀਤੀ ਹੋਈ ਗੱਲ ਹੈ, ਅਸਲ ਦੇ ਵਿੱਚ ਉਹ ਸਾਰੀਆਂ ਇੱਕ ਹੋਂਦ ਨੂੰ ਜਿਹੜਾ ਸਵੀਕਾਰ ਕਰਦੀਆਂ ਨੇ। ਗੁਰੂ ਸਾਹਿਬ ਜੀ ਨੇ ਇਸ ਲਈ ਬਾਣੀ ਦੇ ਅੱਜ ਦੇ ਸ਼ਬਦ ਦੇ ਅੰਦਰ ਵੀ ਜ਼ਿਕਰ ਕੀਤਾ ਹੈ। ਇਹਦਾ ਆਖਰੀ ਅਰਥ ਇਹੀ ਬਣਦਾ ਕਿ ਪਹਿਲਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਆਪ ਹੀ ਸੀ, ਤੇ ਉਹਦੀ ਹੋਂਦ ਅਸਲ ਦੇ ਵਿੱਚ ਉਹਨੇ ਆਪਣੇ ਆਪੇ ਨੂੰ ਪ੍ਰਗਟ ਕੀਤਾ। ਪਹਿਲ ਪੁਰ ਸਾਬਿਰਾ ਅਥੌਨ ਪੁਰ ਸਾ ਦਮਰਾ, ਉਸ ਤੋਂ ਬਾਅਦ ਦੂਸਰੇ ਨੰਬਰ ਤੇ ਉਹਨੇ ਜਿਹੜੀ ਮਾਇਆ, ਜਿਹੜੀ ਆ ਸਾਰੀ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ। ਸਦੀਆਂ ਤੋਂ ਬੰਦਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦਾ ਰਿਹਾ ਵੀ ਇਹ ਕੁਦਰਤ ਕਿਵੇਂ ਬਣੀ, ਔਰ ਹਰ ਮਜ਼ਹਬ ਦਾ ਸਵਾਲ ਰਿਹਾ। ਹਰ ਮਜ਼ਹਬ ਦੇ ਵਿੱਚ ਆਪਣੇ ਵੱਲੋਂ ਕੋਈ ਨਾ ਕੋਈ ਇਮੈਜੀਨੇਸ਼ਨ ਦੇ ਕੇ ਬੰਦੇ ਦੀ ਇਸ ਅੰਦਰ ਦੀ ਤੜਫ ਨੂੰ ਬੁਝਾਉਣ ਦਾ ਯਤਨ ਕੀਤਾ ਗਿਆ। ਜਿਵੇਂ ਕ੍ਰਿਸਚੈਨਿਟੀ ਦੇ ਵਿੱਚ ਵੀ ਅਸਲ ਦੇ ਵਿੱਚ ਰੱਬ ਨੇ ਸ੍ਰਿਸ਼ਟੀ ਬਣਾਉਂਦਿਆਂ ਹੋਇਆਂ ਪਹਿਲਾਂ 6 ਦਿਨ ਲਾਏ, ਧਰਤੀ, ਪਾਣੀ, ਹੋਰ ਵਨਸਪਤੀ, ਜੀਵ ਜੰਤੂ, ਬੰਦਾ ਬਣਾਇਆ, 6ਵੇਂ ਦਿਨ ਔਰਤ ਬਣਾਈ, ਤੇ ਜਿਹੜੇ 6 ਦਿਨ ਕੰਮ ਕਰਕੇ ਉਹ ਕਹਿੰਦੇ ਨੇ 7ਵੇਂ ਦਿਨ ਐਤਵਾਰ ਵਾਲੇ ਦਿਨ ਛੁੱਟੀ ਕਰਕੇ, ਰੱਬ ਨੇ ਸੰਡੇ ਵਾਲੇ ਦਿਨ ਛੁੱਟੀ ਕਰਕੇ ਆਰਾਮ ਕੀਤਾ ਸ੍ਰਿਸ਼ਟੀ ਨੂੰ ਬਣਾਉਣ ਤੋਂ ਬਾਅਦ। ਇਸ ਕਰਕੇ ਗੋਰੇ ਜਿੱਥੇ ਜਿੱਥੇ ਵੀ ਗਏ ਨੇ, ਬ੍ਰਿਟਿਸ਼ ਲੋਕ, ਕਿਉਂਕਿ ਪਾਦਰੀ ਵੀ ਉਹਨਾਂ ਦੇ ਨਾਲ ਨਾਲ ਹੀ ਜਾਂਦੇ ਸਨ ਤੇ ਉਹਨਾਂ ਦਾ ਕਲਚਰ ਵੀ ਉੱਥੋਂ ਨਿਕਲ ਕੇ ਆਇਆ, ਇਸ ਕਰਕੇ ਆਮ ਕਰਕੇ ਐਤਵਾਰ ਦੀ ਜਿਹੜੀ ਛੁੱਟੀ ਵਾਲਾ ਦਿਨ ਹੈ ਨਾ, ਵੀ ਜੇ ਰੱਬ ਆਰਾਮ ਕਰਦਾ ਤੇ ਸਾਨੂੰ ਵੀ ਕਰਨਾ ਚਾਹੀਦਾ ਛੱਡ ਛੁੱਟ ਕੇ ਕੰਮ। ਇਸ ਕਰਕੇ ਜਿਹੜਾ ਉਹਨਾਂ ਦਾ ਇਹ ਸ੍ਰਿਸ਼ਟੀ ਦੇ ਬਾਰੇ ਆਪਣਾ, ਔਰ ਜੁਡਿਜ਼ਮ ਦਾ ਵੀ, ਇਸਲਾਮ ਦਾ ਵੀ, ਕਿਉਂਕਿ ਇਬਰਾਹਿਮਿਕ ਰਿਲੀਜਨ ਜਿਹੜੇ ਨੇ ਤਿੰਨੇ ਇਬਰਾਹਿਮ ਤੋਂ ਪੈਦਾ ਹੋਣ ਕਰਕੇ ਇਹਨਾਂ ਦਾ ਤਿੰਨਾਂ ਦਾ ਤਕਰੀਬਨ ਮਿਲਦਾ ਹੋਇਆ ਵਿਸ਼ਵਾਸ ਹੈ। ਇਸੇ ਤਰ੍ਹਾਂ ਜਿਹੜਾ ਹਿੰਦੁਸਤਾਨ ਦੇ ਵਿੱਚ ਜਿਹੜਾ ਵਿਸ਼ਵਾਸ ਦਿੱਤਾ ਗਿਆ ਸੀ, ਉਹਦੀਆਂ ਕਈ ਕਲਪਨਾਵਾਂ ਸਨ। ਇੱਕ ਤੇ ਵੀ ਬ੍ਰਹਮਾ ਨੇ ਨਾਭ ਦੇ ਕਮਲ ਦੇ ਫੁੱਲ ਦੇ ਵਿੱਚੋਂ ਪੈਦਾ ਹੋਇਆ, ਉੱਥੋਂ ਪੈਦਾ ਹੋ ਕੇ ਸ੍ਰਿਸ਼ਟੀ ਪੈਦਾ ਕੀਤੀ, ਉਹਨੂੰ ਪਾਲਣ ਵਾਲਾ ਵਿਸ਼ਨੂੰ ਜੀ ਨੂੰ ਮੰਨ ਲਿਆ ਗਿਆ, ਤੇ ਸ਼ਿਵਜੀ ਜੀ ਨੂੰ ਉਹ ਡਿਸਟਰੋਇਰ ਮੰਨ ਲਿਆ ਗਿਆ, ਖਤਮ ਕਰਨ ਵਾਲਾ। ਇਸੇ ਤਰ੍ਹਾਂ ਹੋਰ ਬੜੀਆਂ ਜਿਹੜੀਆਂ ਵੱਖ-ਵੱਖ ਪੁਰਾਣਾਂ ਦੇ ਵਿੱਚੋਂ, ਇਹ ਕੰਨ ਤੇ ਮੈਲ ਨਿਕਾਰੀ ਤਾਂ ਤੇ ਪਈ ਪ੍ਰਿਥਵੀ ਸਾਰੀ, ਵਿਸ਼ਨੂੰ ਜੀ ਨੇ ਇੱਕ ਕੰਨ ਦੇ ਵਿੱਚੋਂ ਮੈਲ ਕੱਢੀ ਤੇ ਇੱਥੇ ਪਾਣੀ ਸੀ, ਉਹਦੇ ਉੱਤੇ ਵਿਛਾ ਦਿੱਤੀ, ਜਿਹੜੀ ਸ੍ਰਿਸ਼ਟੀ ਬਣ ਗਈ। ਕਿਸੇ ਨੇ ਕਿਹਾ ਦੁਤੀਆ ਕੰਨ ਤੇ ਮੈਲ ਨਿਕਾਰਾ, ਤਨ ਤੇ ਮਦ ਕੀਟਵ ਧਨ ਧਾਰਾ, ਵੀ ਦੂਜੇ ਕੰਨ ਤੋਂ ਮੈਲ ਕੱਢੀ, ਮਦ ਤੇ ਕੀਟਵ ਰਾਖਸ਼ਸ ਪੈਦਾ ਹੋਏ। ਉਹਨਾਂ ਨੇ ਬਹੁਤ ਫਾਈਟ ਕੀਤੀ, ਉਹਨਾਂ ਦਾ ਆਪਸ ਵਿੱਚ ਖੋਪਰ ਪਾਟੇ, ਉਹਨਾਂ ਦੀ ਮਿੱਝ ਖਿਲਰੀ ਪਾਣੀ ਤੇ, ਜਿਸ ਕਰਕੇ ਇਹਨੂੰ ਮੇਦਨੀ ਵੀ ਕਿਹਾ ਗਿਆ, ਮਿੱਝ ਤੋਂ ਬਣੀ ਹੋਈ। ਤੇ ਇਹ ਜਿਹੜਾ ਨਾਂ ਸੀ ਹਿੰਦੂਇਜ਼ਮ ਦੇ ਅੰਦਰ, ਗੁਰੂ ਸਾਹਿਬ ਨੇ ਬਹੁਤ ਸਾਰੇ ਨਾਂ ਉਹ ਵਰਤੇ ਨੇ, ਜਿਵੇਂ ਰੱਬ ਦੇ ਲਈ ਵੀ ਗੋਪਾਲ, ਰੱਬ ਪਾਲਣ ਵਾਲਾ ਹੈ। ਰਾਮ ਅਸਲ ਦੇ ਵਿੱਚ ਰਮਿਆ ਹੋਇਆ ਰਾਮ ਗੁਰੂ ਸਾਹਿਬ ਨੇ ਅਰਥ ਦਿੱਤੇ ਨੇ ਉਹਨੂੰ, ਤੇ ਅਸਲ ਦੇ ਵਿੱਚ ਇਹ ਪ੍ਰਚਲਿਤ ਵਰਡਿੰਗ ਅਸਲ ਦੇ ਵਿੱਚ ਉੱਥੇ ਹੈ ਸੀ। ਇਸੇ ਤਰ੍ਹਾਂ 184 ਮੇਦਨੀ ਸਭ ਸੇਵ ਕਰਨ ਦਾ, ਮੇਦਨੀ ਜਿਹੜਾ ਲਫ਼ਜ਼ ਵਰਤਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ। ਤੇ ਜੇ ਕਿਧਰੇ
ਮਹਾਤਮਾ ਬੁੱਧ ਜੀ ਦੀ ਗੱਲ ਕਰੀਏ ਤੇ ਉਹਨਾਂ ਨੇ ਬੁੱਧ ਧਰਮ ਦੇ ਅੰਦਰ ਸ੍ਰਿਸ਼ਟੀ ਦਾ ਨਾ ਤਾਂ ਕੋਈ ਕਰਤਾ ਮੰਨਿਆ ਗਿਆ, ਉਹ ਕਹਿੰਦੇ ਨੇ ਆਪਣੇ ਆਪ ਤੋਂ ਹੀ ਇਹ ਜਗਤ ਜਿਹੜਾ ਤੱਤਾਂ ਦਾ ਬਣਿਆ ਹੋਇਆ, ਸ੍ਰਿਸ਼ਟੀ ਇਸ ਤਰ੍ਹਾਂ ਹੀ ਅਨਾਦਿ ਆਪਣੇ ਆਪ ਤੋਂ ਚੱਲ ਰਹੀ। ਇੱਥੋਂ ਤੱਕ ਕਿ ਜਦੋਂ ਉਹਨਾਂ ਕੋਲੋਂ ਕਿਸੇ ਨੇ ਪੁੱਛਿਆ ਸੀ ਵੀ ਸੰਸਾਰ ਕਦੋਂ ਬਣਿਆ, ਤੇ ਉਹਨਾਂ ਨੇ ਬੜੀ ਇੱਕ ਐਗਜ਼ਾਮਪਲ ਦੇ ਕੇ ਦੱਸਿਆ ਸੀ ਜਿਹਦਾ ਜ਼ਿਕਰ ਪਹਿਲਾਂ ਵੀ ਕੀਤਾ ਹੈ। ਤੇ ਉਹ ਕਹਿੰਦੇ ਨੇ ਮੰਨ ਲਓ ਕਿਸੇ ਬੰਦੇ ਨੂੰ ਦੁੱਖ ਤਕਲੀਫ ਹੋਵੇ, ਪੈਰ ਦੇ ਉੱਤੇ ਤੀਰ ਲੱਗਾ ਹੋਵੇ, ਉਹਦਾ ਖੂਨ ਨਿਕਲ ਰਿਹਾ ਹੋਵੇ, ਤੜਫ ਰਿਹਾ ਹੋਵੇ, ਦੁਖੀ ਹੋਵੇ, ਤੇ ਉਹ ਦੁੱਖ ਦਾ ਮਾਰਿਆ ਹੋਇਆ ਕਿਸੇ ਵੈਦ ਕੋਲ ਇਲਾਜ ਕਰਵਾਉਣ ਜਾਏ, ਤੇ ਉੱਥੇ ਜਾ ਕੇ ਵੈਦ ਨੂੰ ਵੇਖ ਕੇ ਉਹ ਦਵਾਈ ਨਾ ਲਏ, ਨਾ ਉਹ ਰੋਗ ਵੱਲ ਧਿਆਨ ਦੇਏ, ਆਪਣੀ ਤਕਲੀਫ ਵੱਲ, ਤੇ ਉਹਦੀ ਹਿਸਟਰੀ ਪੁੱਛਣੀ ਸ਼ੁਰੂ ਕਰ ਦੇ ਵੀ ਇਹ ਕਿਹੜੀ ਕੁਲ ਦੇ ਵਿੱਚ ਪੈਦਾ ਹੋਇਆ ਸੀ, ਇਹਦਾ ਕੱਦ ਤੇ ਭਾਰ ਕਿੰਨਾ ਹੈ, ਇਹਦੀਆਂ ਆਦਤਾਂ ਕੀ ਨੇ। ਕਹਿੰਦੇ ਵੀ ਜੇ ਇਹ ਸੋਚਣ ਲੱਗ ਜਾਏ ਇਹਦੇ ਨਾਲ ਉਹਦਾ ਇਲਾਜ ਨਹੀਂ ਹੋਣਾ। ਇਸੇ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਸਾਡੀ ਜਿਹੜੀ ਪ੍ਰੋਬਲਮ ਹੈ ਉਹ ਹੈ ਡਿਜ਼ਾਇਰ ਬੰਦੇ ਦੇ ਅੰਦਰ ਬੜੀ ਪੈਦਾ ਹੁੰਦੀ, ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਰਕੇ ਬੰਦਾ ਬੁਰੇ ਐਕਸ਼ਨ ਕਰਦਾ ਹੈ, ਤੇ ਐਕਸ਼ਨ ਜਿਹੜੇ ਬੁਰੇ ਕਰਦਾ ਹੈ ਤੇ ਬੰਦੇ ਦਾ ਫਰਜ਼ ਬਣਦਾ ਉਹਨਾਂ ਨੂੰ ਟੈਕਲ ਕਰੇ ਅੰਦਰ ਦੇ ਔਗਣਾਂ ਨੂੰ, ਤੇ ਉਹਨਾਂ ਨੂੰ ਅਸਲ ਦੇ ਵਿੱਚ ਆਪਣੇ ਇਮੋਸ਼ਨਸ ਦੇ ਉੱਤੇ, ਇੱਛਾਵਾਂ ਦੇ ਉੱਤੇ ਕਾਬੂ ਪਾਏ ਤੇ ਆਪਣੇ ਕਰਮ ਬਦਲੇ। ਉਹਨਾਂ ਨੇ ਰੱਬ ਦੀ ਪ੍ਰਧਾਨਤਾ ਦੀ ਬਜਾਏ ਕਰਮ ਦੀ ਪ੍ਰਧਾਨਤਾ ਮੰਨੀ। ਇੱਥੋਂ ਤੱਕ ਵੀ ਸਾਰਨਾਥ ਦੇ ਵਿੱਚ ਪੰਡਿਤ ਲੋਕਾਂ ਦੇ ਨਾਲ ਉਹਨਾਂ ਦੀ ਗੱਲ ਹੋਈ, ਤੇ ਉਹ ਕਹਿਣ ਲੱਗੇ ਜੀ ਜੇ ਇਸ ਸ੍ਰਿਸ਼ਟੀ ਨੂੰ ਕਿਹਨੇ ਬਣਾਇਆ? ਉਹ ਕਹਿਣ ਲੱਗੇ ਰੱਬ ਨੇ ਬਣਾਇਆ, ਤੇ ਅਸਲ ਦੇ ਵਿੱਚ ਰੱਬ ਸਾਰਾ ਕੁਝ ਕਰਨ ਵਾਲਾ ਹੈ। ਉਹਨਾਂ ਨੇ ਇਹ ਸਵਾਲ ਉਹਨਾਂ ਤੇ ਕੀਤਾ ਵੀ ਮੈਂ ਘਰ ਦੇ ਵਿੱਚ ਨਿੰਮ ਦਾ ਦਰਖਤ ਲਾ ਕੇ ਆਇਆ, ਤੇ ਤੁਹਾਨੂੰ ਕਈ ਸਾਲ 40 50 ਸਾਲ ਹੋ ਗਏ ਨੇ ਰੱਬ ਦੀ ਭਗਤੀ ਕਰਦਿਆਂ, ਕਿ ਉਹ ਨਿੰਮ ਦੇ ਦਰਖਤ ਨੂੰ ਜਿਹੜਾ ਤੁਸੀਂ ਅੰਬ ਦੇ ਫਲ ਲਾ ਸਕਦੇ ਹੋ? ਉਹ ਪੰਡਿਤ ਕਹਿਣ ਲੱਗੇ ਨਹੀਂ, ਇਸ ਤਰ੍ਹਾਂ ਤਾਂ ਨਹੀਂ ਲੱਗ ਸਕਦਾ। ਤੇ ਕਹਿਣ ਲੱਗੇ ਫਿਰ ਜੇ ਨਹੀਂ ਲਾ ਸਕਦੇ ਤੇ ਤੁਸੀਂ ਜਿਹੜਾ ਕਹਿ ਰਹੇ ਹੋ ਰੱਬ ਸਰਬ ਸ਼ਕਤੀਮਾਨ ਹੈ, ਤੇ ਉਹ ਤੁਸੀਂ ਕਈ ਸਾਲਾਂ ਦੇ ਵਿੱਚ ਭਗਤੀ ਵੀ ਉਹਦੀ ਕਰ ਰਹੇ ਹੋ, ਤੇ ਉਹਦਾ ਕੀ ਲਾਭ? ਉਹਨੇ ਸਵਾਲ ਮਹਾਤਮਾ ਬੁੱਧ ਜੀ ਦਾ ਸੀ ਉਹਨਾਂ ਨੂੰ। ਦੂਸਰਾ ਸੀ ਕਹਿਣ ਲੱਗੇ ਜੇ ਮੰਨ ਲਓ ਇਹਦਾ ਮਤਲਬ ਰੱਬ ਜਿਹੜਾ ਫਲ ਨਹੀਂ ਚੇਂਜ ਕਰ ਸਕਦਾ, ਜੋ ਮੈਂ ਕਰਮ ਕੀਤਾ ਉਹਦਾ ਰਿਜ਼ਲਟ ਮੇਰੇ ਸਾਹਮਣੇ ਆਣਾ ਹੀ ਆਣਾ ਹੈ। ਦੂਸਰਾ ਉਹਨਾਂ ਦਾ ਸਵਾਲ ਸੀ ਕਿ ਜੇ ਮੈਂ ਘਰ ਦੇ ਵਿੱਚ ਅੰਬ ਦਾ ਦਰਖਤ ਲਾ ਲਾਂ ਤੇ ਕੀ, ਤੇ ਰੱਬ ਦੀ ਭਗਤੀ ਨਾ ਕਰਾਂ, ਕੋਈ ਨਾਰਾਜ਼ ਹੋ ਕੇ ਮੇਰੇ ਅੰਬ ਨੂੰ ਕੰਡੇ ਜਾਂ ਜ਼ਹਿਰ ਲਾ ਸਕਦਾ? ਉਹ ਕਹਿਣ ਲੱਗੇ ਇਸ ਤਰ੍ਹਾਂ ਵੀ ਨਹੀਂ ਹੋ ਸਕਦਾ। ਕਹਿਣ ਲੱਗੇ ਇਹਦਾ ਮਤਲਬ ਫਿਰ ਕਰਮ ਹੀ ਪ੍ਰਧਾਨ ਹੈ ਸਭ ਤੋਂ ਜ਼ਿਆਦਾ। ਤੇ ਗੁਰੂ ਸਾਹਿਬ ਜੀ ਨੇ ਥੋੜ੍ਹਾ ਜਿਹਾ ਇੱਥੋਂ ਅੱਗੇ ਚੱਲ ਕੇ, ਜਦੋਂ ਅਸੀਂ ਕਈ ਸ਼ਬਦ ਪੜ੍ਹਦੇ ਹਾਂ ਨਾ, ਅਸੀਂ ਖੱਤੇ ਬਹੁਤ ਕਮਾਉਂਦੇ, ਕਿਛ ਅੰਤ ਨਾ ਪਾਰਾਵਾਰ, ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਨਾਹਗਾਰ। ਇਹਦਾ ਮਤਲਬ ਬੰਦੇ ਦੇ ਕਰਮ ਕਰਦਿਆਂ ਹੋਇਆਂ ਵੀ ਨਿਮਰਤਾ 'ਚ ਰਹਿਣਾ। ਬਖਸ਼ਿਸ਼ ਦੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕੀਤੀ ਗਈ ਹੈ। ਇਸ ਕਰਕੇ ਥੋੜ੍ਹਾ ਜਿਹਾ ਡਿਫਰ ਕਰਦਾ ਸਿੱਖੀਜ਼ਮ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਬਖਸ਼ਿਸ਼ ਦੇ ਉੱਤੇ ਡਿਪੈਂਡ ਕਰਦੀ। ਤੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਿਹੜੀ ਗੱਲ ਕੀਤੀ ਹੈ, ਕਰਮ ਨੂੰ ਵੀ ਬਹੁਤ ਜ਼ਿਆਦਾ ਮਾਨਤਾ ਦਿੱਤੀ ਹੈ। ਇੱਥੋਂ ਤੱਕ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜਿਵੇਂ ਡੀਜ਼ਮ ਦੇ ਵਿੱਚ ਸੀ ਕਿ ਰੱਬ ਨੇ ਸ੍ਰਿਸ਼ਟੀ ਪੈਦਾ ਕਰ ਦਿੱਤੀ, ਹਰ ਚੀਜ਼ ਦੇ ਆਪਣੇ ਨਿਯਮ ਬਣਾ ਦਿੱਤੇ ਨੇ, ਹਰ ਚੀਜ਼ ਰੱਬ ਦੇ ਹੁਕਮ ਦੇ ਮੁਤਾਬਕ ਹੋ ਰਹੀ ਹੈ, ਤੇ ਅਸਲ ਦੇ ਵਿੱਚ ਬੰਦੇ ਦੇ ਕਰਮਾਂ ਦੇ ਮੁਤਾਬਕ ਵੀ ਰਿਜ਼ਲਟ ਨਿਕਲਦਾ ਬੰਦੇ ਦੀ ਜ਼ਿੰਦਗੀ ਦੇ ਵਿੱਚ। ਤੇ ਗੁਰੂ ਸਾਹਿਬ ਜੀ ਨੇ ਜਿਹਾ ਬੀਜੈ ਸੋ ਲੁਣਾ, ਕਰਮਾ ਸੰਦੜਾ ਖੇਤ, ਕਰਮ ਦੀ ਵੀ ਪ੍ਰਧਾਨਤਾ ਨੂੰ ਜਿਹੜਾ ਸਵੀਕਾਰ ਕੀਤਾ ਹੈ, ਵੀ ਕਰਮ ਦੀ ਵੀ ਇੰਪੋਰਟੈਂਸ ਹੈ ਆਪਣੇ ਆਪ ਦੇ ਵਿੱਚ। ਇਸ ਕਰਕੇ ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਇੰਦਾ, ਪੈਂਦਾ ਲੋੜੈ ਪੱਟ। ਉਹਦਾ ਵੀ ਮਤਲਬ ਹੈ ਜੇ ਤੂੰ ਜਿਹੜੀਆਂ ਅਸਲ ਵਿੱਚ ਘਰ ਦੇ ਵਿੱਚ ਕਿੱਕਰ ਬੀਜਿਆ ਤੇ ਤੇਰੇ ਜੀਵਨ ਦੇ ਵਿੱਚ ਰਿਜ਼ਲਟ ਜਿਹੜਾ ਕੰਡਿਆਂ ਦੇ ਰੂਪ ਦੇ ਵਿੱਚ ਨਿਕਲੇਗਾ। ਇਹਦਾ ਮਤਲਬ ਹੈ ਕਰਮ ਦੀ ਵੀ ਬਹੁਤ ਇੰਪੋਰਟੈਂਸ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਹੈ। ਖੈਰ ਅਸਲ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਵੀ, ਦੂਜੀ ਗੱਲ ਜਿਹੜੇ ਸਵਾਲ ਅਸੀਂ ਲੱਭ ਰਹੇ ਹਾਂ ਵੀ ਸ੍ਰਿਸ਼ਟੀ ਕਿਵੇਂ ਬਣੀ, ਇਹਦਾ ਵਿਕਾਰਾਂ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਵਿੱਚ ਕੋਈ ਵੀ ਮਦਦ ਨਹੀਂ ਇਹ ਥਿਊਰੀਆਂ ਕਰਦੀਆਂ। ਉਹਨਾਂ ਦਾ ਜਵਾਬ ਸੀ
ਮੰਨ ਲਓ ਕੋਈ ਬੰਦਾ ਜਿਹੜਾ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਉੱਤੇ ਕੰਟਰੋਲ ਕਰ ਗਿਆ, ਉਹਨੇ ਮਿਹਨਤ ਕੀਤੀ ਉੱਧਰ, ਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਫਲਾਣਾ ਬੰਦਾ ਤੇ ਚੰਗਾ ਇਨਸਾਨ ਤਾਂ ਏ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਸ੍ਰਿਸ਼ਟੀ ਕਿਵੇਂ ਬਣੀ ਸੀ। ਤੇ ਮੈਂ ਆਪਣੇ ਵਾਸ਼ਨਾਵਾਂ ਤੇ ਕੰਟਰੋਲ ਨਹੀਂ ਕਰ ਰਿਹਾ। ਕੋਈ ਬੰਦਾ ਮੰਨ ਲਓ ਕ੍ਰਾਈਮ ਕਰੇ, ਕਿਸੇ ਦੀ ਇੱਜ਼ਤ ਆਬਰੂ ਨੂੰ ਹੱਥ ਪਾ ਦੇ, ਕਿਸੇ ਨੂੰ ਅਸਲ ਦੇ ਵਿੱਚ ਕਤਲ ਕਰ ਦੇ, ਮਰਡਰ ਕਰ ਦੇ, ਚੋਰੀ ਕਰ ਦੇ, ਜਾਂ ਕੋਈ ਵੀ XYZ ਕੋਈ ਵੀ ਕ੍ਰਾਈਮ ਕਰੇ, ਉਹਨੂੰ ਅਦਾਲਤ ਦੇ ਵਿੱਚ ਲਿਜਾਇਆ ਜਾਏ ਤੇ ਉਹਨੂੰ ਪੁੱਛਿਆ ਜਾਏ ਵੀ ਤੂੰ ਕ੍ਰਾਈਮ ਕਿਉਂ ਕੀਤਾ, ਉਹ ਕਹੇ ਜੀ ਮੈਂ ਇਸ ਕਰਕੇ ਕੀਤਾ, ਮੈਨੂੰ ਪਤਾ ਨਹੀਂ ਸੀ ਲੱਗਦਾ ਪਿਆ ਕਿ ਸ੍ਰਿਸ਼ਟੀ ਕਦੋਂ ਬਣੀ ਤੇ ਕਿੰਨੇ ਬਣਾਈ ਹੈ। ਇਹ ਸਵਾਲ ਦਾ ਜਵਾਬ ਅਸਲ ਦੇ ਵਿੱਚ ਬੰਦੇ ਦੇ ਅੰਦਰ ਨੂੰ ਕੰਟਰੋਲ ਕਰਨ ਦੇ ਵਿੱਚ ਕੋਈ ਵੀ ਹੈਲਪ ਨਹੀਂ ਕਰੇਗਾ। ਇਸ ਕਰਕੇ ਉਹਨਾਂ ਨੇ ਸਵਾਲ ਜਵਾਬ, ਬੁੱਧ ਜੀ ਨੇ ਇਸ ਦਲੀਲਾਂ ਦੇ ਕੇ ਬੰਦ ਕਰ ਦਿੱਤਾ ਵੀ ਇਹ ਕੁਦਰਤ ਅਨਾਦ ਕਾਲ ਤੋਂ ਹੈ, ਜਿਹਦੇ ਬਾਰੇ ਕੋਈ ਨਹੀਂ ਜਿਹੜਾ ਬੰਦਾ ਜਾਣ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤਵਾਰ, ਕਵਣ ਸੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਇਸ ਸਾਰੇ ਸ਼ਬਦ ਦੇ ਵਿੱਚ। ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹ ਕਵਣ ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਜੇ ਪੰਡਤਾਂ ਨੂੰ ਪਤਾ ਲੱਗਾ ਹੁੰਦਾ, ਉਹਨਾਂ ਨੇ ਪੁਰਾਣ ਦੇ ਵਿੱਚ ਕੋਈ ਆਪਣੀਆਂ ਥਿਊਰੀਆਂ ਤੇ ਲਿਖੀਆਂ, ਨੋ ਡਾਊਟ ਵੀ ਸਾਰੇ ਮਜ਼ਹਬਾਂ ਨੇ ਲਿਖਿਆ, ਪਰ ਉਹ ਐਕਸੈਪਟੇਬਲ ਨਹੀਂ ਹੈ ਹਿਊਮੈਨਿਟੀ ਦੇ ਲਈ, ਤੇ ਉਹ ਜਿਹੜਾ ਪ੍ਰੂਵਨ ਨਹੀਂ ਹੈ, ਅਸਲ ਦੇ ਵਿੱਚ ਉਹਨੂੰ ਅਥੈਂਟਿਸਿਟੀ ਪ੍ਰਾਪਤ ਨਹੀਂ ਹੈ। ਆਪਣੇ ਆਪਣੇ ਢੰਗ ਦੇ ਨਾਲ ਉਹਨਾਂ ਨੇ ਸਪੈਕੂਲੇਸ਼ਨ ਕੀਤੀ ਹੈ। ਅਸਲ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਵੇਲ ਨਾ ਪਾਈਆ ਪੰਡਤੀ ਜੀ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ ਹੈ। ਤੇ ਅੱਜ ਵੀ ਤੁਸੀਂ ਵੇਖੋ ਸਿੱਖਾਂ ਦੇ ਵਿੱਚ ਵੀ ਆ ਪਿੱਛੇ ਜੇ ਬਹੁਤ ਜ਼ਿਆਦਾ ਇਸ ਗੱਲ ਦਾ ਝਗੜਾ ਰਿਹਾ ਵੀ ਕੁਦਰਤ ਆਪਣੇ ਆਪ ਤੋਂ ਬਣੀ, ਕਿਸੇ ਨੇ ਕਹਿ ਦਿੱਤਾ। ਅਸਲ ਦੇ ਵਿੱਚ ਇਹਦੇ ਨਾਲ ਬੰਦੇ ਦੀਆਂ ਜਿਹੜੀਆਂ ਨਾ ਤੇ ਵਾਸ਼ਨਾਵਾਂ ਅੰਦਰੋਂ ਕੰਟਰੋਲ ਹੁੰਦੀਆਂ ਤੇ ਨਾ ਕੋਈ ਮਸਲਾ ਜਿਹੜਾ ਹੱਲ ਹੁੰਦਾ, ਇਹਦੇ ਬਾਰੇ ਤੇ ਰੱਬ ਆਪ ਹੀ ਜਾਣਦਾ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਿਹੜਾ ਜ਼ਿਕਰ ਕੀਤਾ, ਤੇ ਗੁਰੂ ਸਾਹਿਬ ਜੋ ਬਾਣੀ ਦੇ ਅੰਦਰ ਜ਼ਿਕਰ ਕਰ ਰਹੇ ਨੇ, ਤੁਸੀਂ ਵੇਖੋ ਅੱਜ ਵੀ ਸਾਇੰਸ ਦੀਆਂ ਵੀ ਆਪਣੀ ਥਿਊਰੀਜ਼ ਨੇ ਵੀ ਆਮ ਕਰਕੇ ਮੰਨਿਆ ਜਾਂਦਾ ਵੀ 13 ਬਿਲੀਅਨ ਜਿਹੜਾ 13.5 ਬਿਲੀਅਨ ਪਹਿਲਾਂ ਧਰਤੀ ਦੇ ਉੱਤੇ ਜਿਹੜਾ એનર્ਜੀ ਤੇ ਮੈਟਰ ਦੀ ਅਪੀਅਰੈਂਸ ਹੋਈ, ਇੱਥੇ ਧਰਤੀ ਤੇ ਆਏ, ਹੌਲੀ ਹੌਲੀ ਐਟਮ ਤੇ ਹੋਰ ਜਿਹੜੇ ਮੋਲੀਕਿਊਲਸ ਹੋਣ ਦੇ ਵਿੱਚ ਆਏ। ਤੇ ਆ ਜਿਹੜਾ ਧਰਤੀ ਪਲੈਨਟ ਹੈ ਇਹ 4.5 ਬਿਲੀਅਨ ਈਅਰਸ ਤੋਂ ਜਿਹੜਾ ਹੋਣ ਦੇ ਵਿੱਚ ਆਇਆ ਧਰਤੀ। ਤੇ ਫਿਰ ਇਸ ਤੇ ਜਿਹੜੀ ਬੰਦੇ ਦੀ ਜਿਹੜੀ ਆਮ ਕਰਕੇ ਲਾਈਫ ਦੀ ਬਿਗਨਿੰਗ ਹੈ ਉਹ 3.5 ਬਿਲੀਅਨ ਈਅਰ ਪਹਿਲਾਂ ਹੋਈ ਹੈ। ਇਸੇ ਤਰ੍ਹਾਂ ਜੇ ਕਿਧਰੇ ਬੰਦੇ ਦੀ ਆਮਦ ਜਿਹੜਾ ਵੀ 6 ਮਿਲੀਅਨ ਸਾਲ ਪਹਿਲਾਂ, ਤੇ ਜਿਸ ਰੂਪ ਦੇ ਵਿੱਚ ਹੋਮੋਸੇਪੀਅਨ ਹੁਣ ਅਸੀਂ ਆਏ ਹਾਂ, ਇਹਨੂੰ ਸਾਲਾਂ ਹੀ ਲੱਗ ਗਏ ਨੇ। ਇੱਕ ਲਾਈਫ ਟਰੀ ਹੈ ਅਸਲ ਦੇ ਵਿੱਚ ਬੈਕਟੀਰੀਆ ਦੇ ਰੂਪ ਦੇ ਵਿੱਚ ਸ਼ੁਰੂ ਹੋ ਕੇ ਕਈ ਜੀਵ ਜੰਤੂਆਂ ਤੋਂ ਘੁੰਮਦਾ ਘਮਾਉਂਦਾ ਬੰਦਾ ਅੱਜ ਇਸ ਹੋਂਦ ਦੇ ਵਿੱਚ ਜਿੱਥੇ ਅਸੀਂ ਹਿਊਮਨ ਆ ਇੱਥੇ ਤੱਕ ਜਿਹੜਾ ਸਿਲਸਿਲਾ ਪਹੁੰਚਿਆ। ਪਰ ਇਹਨੂੰ ਵੀ ਜਿਹੜੀ ਬਿਗ ਬੈਂਗ ਦੀ ਥਿਊਰੀ ਹੈ ਕੁਝ ਸਮਾਂ ਪਹਿਲਾਂ ਚੈਲੰਜ ਹੋਈ ਹੈ ਜਿਹੜੀ ਜੇਮਸ ਵੈਬ ਦੇ ਨਾਲ। ਕਹਿਣ ਦਾ ਮਤਲਬ ਕੋਈ ਵੀ ਬੰਦੇ ਨੇ ਅੱਜ ਤੱਕ ਫਾਈਨਲ ਨਹੀਂ ਸਮਝ ਸਕਿਆ ਵੀ ਸ੍ਰਿਸ਼ਟੀ ਕਿਵੇਂ ਜਿਹੜੀ ਹੋਂਦ ਦੇ ਵਿੱਚ ਆਈ ਤੇ ਕਦੋਂ ਹੋਂਦ ਦੇ ਵਿੱਚ ਆਈ। ਇਹ 100% ਬੰਦੇ ਨੂੰ ਸ਼ੋਰ ਨਹੀਂ ਹੈ। ਬਸ ਗਿਆਨ ਦੇ ਲਈ ਉਹ ਜੋ ਡਾਟਾ ਮੈਚ ਕਰ ਰਿਹਾ ਉਹ ਬੰਦਾ ਅੰਦਾਜ਼ੇ ਦੇ ਮੁਤਾਬਕ ਚੱਲ ਰਿਹਾ ਹੈ। ਔਰ ਇੱਕ ਦੋ ਥਿਊਰੀ ਨਹੀਂ, ਇਨਫਲੇਸ਼ਨ ਥਿਊਰੀ ਜਿਹਦੇ ਇੱਕ ਬॉल ਤੋਂ ਇੱਕ ਬਿੰਦੂ ਤੋਂ ਲੈ ਕੇ ਸਾਰਾ ਬ੍ਰਹਿਮੰਡ ਜਿਹੜਾ ਲਗਾਤਾਰ ਐਕਸਪੈਂਡ ਹੋ ਰਿਹਾ, ਵੱਡਾ ਹੁੰਦਾ ਜਾ ਰਿਹਾ, ਛੋਟੀ ਜੀ ਬॉल ਤੋਂ ਐਡਾ ਵੱਡਾ ਬ੍ਰਹਿਮੰਡ ਬਣ ਗਿਆ। ਫਿਰ ਸਟੱਡੀ ਸਟੇਟ ਥਿਊਰੀ ਹੈ, ਫਿਰ ਹੋਰ ਜਿਹੜੀ ਅਸਲ ਦੇ ਵਿੱਚ ਮਲਟਾਈਵਰਸ ਥਿਊਰੀ ਹੈ ਤੇ ਸਟਿੰਗ ਥਿਊਰੀ ਹੈ, ਤੇ ਕਈ ਥਿਊਰੀਜ਼ ਅੱਜ ਤੱਕ ਪੇਸ਼ ਕੀਤੀਆਂ ਗਈਆਂ ਨੇ ਤੇ ਜਿਹੜੀਆਂ ਸਮੇਂ ਦੇ ਮੁਤਾਬਕ ਚੈਲੰਜ ਵੀ ਹੁੰਦੀਆਂ ਰਹੀਆਂ, ਟੋਟਲੀ ਨਕਾਰਾ ਵੀ ਹੁੰਦੀਆਂ ਰਹੀਆਂ। ਤੇ ਆ ਪਿੱਛੇ ਜੇ ਜਦੋਂ ਬਿਗ ਬੈਂਗ ਤੋਂ ਪਹਿਲਾਂ ਦੀਆਂ ਵੀ ਫੋਟੋਆਂ ਲੈ ਲਈਆਂ ਗਈਆਂ, ਇਹੋ ਜਿਹੀਆਂ ਗਲੈਕਸੀਜ਼ ਜਿਹੜੀਆਂ ਸਨ, ਕਈ ਜਿਹੜਾ ਲਾਈਟ ਈਅਰਸ ਜ਼ਿਆਦਾ ਉਸ ਤੋਂ ਪਹਿਲਾਂ ਦੀਆਂ ਫੋਟੋਆਂ ਲੈ ਲਈਆਂ ਗਈਆਂ।
ਤੇ ਉਦੋਂ ਉਹ ਵੀ ਜਿਹੜੀ ਚੈਲੰਜ ਹੁੰਦੀ ਨਜ਼ਰ ਆਈ। ਕਹਿਣ ਦਾ ਮਤਲਬ ਕੁਦਰਤ ਦੇ ਬਾਰੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਨਾ, ਉਹ ਅਸਲ ਦੇ ਵਿੱਚ ਸਭ ਤੋਂ ਆਥੈਂਟਿਕ ਅੱਜ ਦੇ ਜ਼ਮਾਨੇ ਦੇ ਵਿੱਚ, ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ। ਉਹ ਆਪ ਹੀ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ। ਤੇ ਗੁਰੂ ਸਾਹਿਬ ਜੀ ਨੇ ਅੱਜ ਦੇ ਸ਼ਬਦ ਦੇ ਅੰਦਰ ਜਿਹੜਾ ਜ਼ਿਕਰ ਕੀਤਾ ਹੈ, ਪਹਿਲ ਪੁਰੀਏ ਪੁੰਡਰਕ ਬਨਾ, ਹਜ਼ੂਰ ਜ਼ਿਕਰ ਕਰ ਰਹੇ ਪਹਿਲ ਪੁਰਸਾ ਬਿਰਾ, ਪਹਿਲਾਂ ਅਕਾਲ ਪੁਰਖ ਦੀ ਹੋਂਦ, ਅਥੋਨ ਪੁਰਸਾ ਦਮਰਾ, ਉਸ ਤੋਂ ਬਾਅਦ ਇਹ ਕੁਦਰਤ ਸ੍ਰਿਸ਼ਟੀ ਜਿਹੜੀ ਰਚੀ ਗਈ, ਆਸਗਾ ਆਸ ਉਸਗਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਤੇ ਆਤਮਾ ਜਿਹੜਾ ਮਾਇਆ ਦਾ, ਇਹ ਖੇਡ ਜਿਹੜੀ ਚੱਲਣੀ ਸ਼ੁਰੂ ਹੋ ਗਈ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਇਹ ਸਾਰੀ ਦੁਨੀਆ ਜਿਹਨੂੰ ਗੁਰੂ ਸਾਹਿਬ ਜੀ ਨੇ ਦੁਨੀ ਸੁਹਾਵਾ ਬਾਗ ਵੀ ਕਿਹਾ ਹੈ, ਰੱਬ ਦਾ ਬਾਗ ਹੈ, ਇਹਦੇ ਵਿੱਚ ਨਾਚੈ ਪਿੰਦੀ ਮੈਂ ਸਾਗਰਾ। ਪਿੰਦੀ ਹੁੰਦੀ ਏ ਖੂਹ ਦੀ ਛੋਟੀ ਜਿਹੀ ਟਿੰਡ, ਤੇ ਉਸ ਟਿੰਡ ਦੇ ਵਿੱਚ ਹੁੰਦਾ ਪਾਣੀ, ਪਾਣੀ ਦੇ ਲਈ ਇੱਥੇ ਸ਼ਬਦ ਵਰਤਿਆ ਸਾਗਰਾ। ਵੈਸੇ ਸਾਰੇ ਜੀਵਾਂ ਦੇ ਵਿੱਚ ਜਿਹੜੀ ਲਾਈਫ ਹੈ ਨਾ, ਜਿਹੜੀ ਜੀਵਨ ਰੌਂ ਚੱਲਦੀ ਪਈ ਹੈ, ਉਸ ਲਾਈਫ ਨੂੰ ਇੱਥੇ ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਸਾਰੀਆਂ ਟਿੰਡਾਂ ਦੇ ਵਿੱਚ ਉਹ ਪਾਣੀ ਜਿਹੜਾ ਚੱਲ ਰਿਹਾ ਹੈ। ਤੇ ਤੁਸੀਂ ਵੇਖੋ ਜਿੰਨੇ ਅਸੀਂ ਹਿਊਮਨ ਬੀਇੰਗ ਆ ਨਾ, ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬੰਦੇ ਨੂੰ ਕਾਸਟਿਜ਼ਮ, ਕਲਰਿਜ਼ਮ, ਸਾਰਾ ਕੁਝ, ਇਲਾਕੇ, ਨੈਸ਼ਨੈਲਿਟੀ ਤੋਂ ਵੀ ਬਿਯੋਂਡ ਜਾ ਕੇ ਇੱਕ ਰੱਬ ਦੇ ਧੀਆਂ ਪੁੱਤਰ ਮੰਨਦੀ ਹੈ। ਤੇ ਗੁਰੂ ਸਾਹਿਬ ਜੀ ਨੇ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ, ਜਾਂ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਇਹਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਕਰਦੀ ਹੈ। ਤੇ ਔਰ ਅੱਜ ਇਹ ਚੀਜ਼ਾਂ ਕਿਸੇ ਹੱਦ ਤੱਕ ਐਂਥਰੋਪੋਲੋਜਿਸਟ ਨੇ ਪ੍ਰੂਵਨ ਕਰ ਦਿੱਤੀਆਂ ਨੇ ਵੀ ਸਾਡੀ ਸਾਰਿਆਂ ਦੀ ਹਿਊਮਨ ਬੀਇੰਗ ਦੀ ਮਾਂ ਇੱਕ ਹੀ ਸੀ, ਜਿੱਥੋਂ ਬੰਦਾ ਇਵੋਲਵ ਹੋ ਕੇ ਜਿਹੜਾ ਆਇਆ ਹੈ, ਅਫਰੀਕਨ ਮਾਂ। ਤੇ ਅੱਜ ਜਿਹੜੇ ਲੋਕ ਵੱਖ-ਵੱਖ ਕਲਰ ਵੀ ਦਿਸਦੇ ਨੇ, ਉਹਦੇ ਵੀ ਰੀਜ਼ਨ ਜਿਹੜੇ ਲੱਭ ਲਏ ਗਏ ਨੇ। ਆਮ ਕਰਕੇ ਜਦੋਂ ਆਈਸ ਏਜ ਦੇ ਦੌਰਾਨ ਜਿਹੜਾ ਹਿਊਮਨਸ ਨੇ ਮਾਈਗ੍ਰੇਟ ਕੀਤਾ ਵੱਖ-ਵੱਖ ਇਲਾਕਿਆਂ ਦੇ ਵਿੱਚ, ਉਹਦੇ ਮੁਤਾਬਕ ਬੰਦੇ ਦੇ ਸਰੀਰ ਦੇ ਚੱਕਰ ਚਿਹਨ ਬਦਲ ਗਏ ਨੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਬਚਨ ਨੇ, ਜੇਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜੇਹੀ ਦੇਹੀ, ਵੀ ਜਿਹੜੇ ਜਿਹੜੇ ਕਲਾਈਮੇਟ ਦੇ ਵਿੱਚ ਬੰਦਾ ਰਹਿੰਦਾ ਗਿਆ ਨਾ ਆਲਾ ਦੁਆਲਾ, ਉਹਦੇ ਮੁਤਾਬਕ ਬੰਦੇ ਦੇ ਚਿਹਰੇ ਦੇ ਫੀਚਰਸ ਇਵੋਲਵ ਹੁੰਦੇ ਗਏ ਨੇ। ਜਿਵੇਂ ਮੰਨ ਲਓ ਗੋਰਿਆਂ ਦੇ ਸਕਿਨ ਦਾ ਕਲਰ ਵਾਈਟ ਦਾ ਜਿਹੜਾ ਅਸਲ ਦੇ ਵਿੱਚ ਚਿੱਟਾ ਹੈ, ਇਹਦੇ ਨਾਲ ਅੱਜ ਵੀ ਤੁਸੀਂ ਵੇਖੋ ਕਈ ਵਾਰੀ ਬੰਦਾ ਹੰਕਾਰ ਦੇ ਵਿੱਚ ਵਾਈਟ ਸੁਪਰਮੇਸੀ ਦੀ ਵੀ ਗੱਲ ਚੱਲਦੀ ਹੈ ਕਿਧਰੇ, ਤੇ ਬਹੁਤ ਕੁਝ ਜਿਵੇਂ ਵਾਈਟ ਹਾਊਸ ਹੈ ਵੀ ਵਾਈਟ ਸਪੈਸ਼ਲ ਲੋਕਾਂ ਦੇ ਲਈ, ਜਦੋਂ ਨਾ ਇਸ ਤਰ੍ਹਾਂ ਦੇ ਕਲਚਰ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਕਹਿਣ ਦਾ ਮਤਲਬ ਅਸਲ ਦੇ ਵਿੱਚ ਰੰਗ ਦਾ ਕਾਰਨ ਕੀ ਹੈ? ਯੂਰਪ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਠੰਡ ਪੈਂਦੀ ਸੀ, ਸੂਰਜ ਜਿਹੜਾ ਘੱਟ ਚੜ੍ਹਦਾ ਸੀ, ਤੇ ਬਾਡੀ ਦੇ ਵਿੱਚ ਜਿਨ੍ਹਾਂ ਦਾ ਰੰਗ ਕਾਲਾ ਹੈ ਅਫਰੀਕਨ ਲੋਕਾਂ ਦਾ, ਉਹਦੇ 'ਚ ਮੈਲਨਿਨ ਹੁੰਦਾ। ਤੇ ਮੈਲਨਿਨ ਇਹ ਕੰਪਾਊਂਡ ਹੋਣ ਕਰਕੇ, ਕਿਉਂਕਿ ਜਿਹੜਾ ਅਸਲ ਦੇ ਵਿੱਚ ਸੂਰਜ ਦੀਆਂ ਕਿਰਨਾਂ, ਅੱਜ ਵੀ ਜੇ ਕਿਧਰੇ ਵਿਟਾਮਿਨ ਡੀ ਦੀ ਗੱਲ ਕਰਦੇ ਨੇ ਨਾ ਸਾਇੰਟਿਸਟ, ਤੇ ਬਾਹਰ ਬਹਿਣਾ ਹੋਵੇ, ਜਿਨ੍ਹਾਂ ਦੀ ਸਕਿਨ ਕਾਲੀ ਉਹਨਾਂ ਨੂੰ ਥੋੜ੍ਹਾ ਜਿਹਾ ਸਮਾਂ ਜ਼ਿਆਦਾ ਬਹਿਣਾ ਪੈਂਦਾ, ਤੇ ਜਿਹੜੇ ਜਿਨ੍ਹਾਂ ਦੀ ਚਿੱਟੀ ਸਕਿਨ ਹੁੰਦੀ ਏ ਉਹਨਾਂ ਨੂੰ ਥੋੜ੍ਹਾ ਜਿਹਾ ਘੱਟ ਬਹਿਣਾ ਪੈਂਦਾ, ਖਾਸ ਕਰਕੇ ਕੋਕੇਸ਼ੀਅਨ ਲੋਕਾਂ ਨੂੰ। ਉਹਦਾ ਰੀਜ਼ਨ ਹੈ ਵੀ ਮੈਲਨਿਨ ਜ਼ਿਆਦਾ ਗਰਮੀ ਕਰਕੇ ਸਾਡੀ ਬਾਡੀ ਨੂੰ ਕੈਂਸਰ ਆਦਿਕ ਰੋਗ ਨਾ ਹੋਣ। ਇਹ ਕੁਦਰਤ ਨੇ ਅਸਲ ਦੇ ਵਿੱਚ ਆਪਣੇ ਆਪ ਹੀ ਆਟੋ ਮੈਕੈਨਿਜ਼ਮ ਲਾਇਆ ਹੋਇਆ ਵੀ ਉਹਦੇ 'ਚ ਬਾਡੀ ਦੇ ਵਿੱਚ ਮੈਲਨਿਨ ਪੈਦਾ ਕਰ ਦਿੱਤਾ। ਤੇ ਇੱਥੇ ਸੂਰਜ ਘੱਟ ਚੜ੍ਹਦਾ ਸੀ ਜਿੱਥੇ, ਤੇ ਉੱਥੇ ਲੋਕਾਂ ਦੀਆਂ ਹੱਡੀਆਂ ਦੇ ਵਿੱਚ ਵਿਟਾਮਿਨ ਡੀ ਜਾਂ ਹੋਰ ਕੈਲਸ਼ੀਅਮ ਵਗੈਰਾ ਦੀ ਘਾਟ ਨਾ ਮਹਿਸੂਸ ਹੋਵੇ, ਜਲਦੀ ਵਿਟਾਮਿਨ ਡੀ ਲਿਆ ਜਾ ਸਕੇ। ਇਸ ਕਰਕੇ ਬਾਡੀ ਦੇ ਵਿੱਚੋਂ ਉਹ ਉਹਨੇ ਉਡਾ ਦਿੱਤਾ ਕੁਦਰਤ ਨੇ, ਸਦੀਆਂ ਜਨਰੇਸ਼ਨ ਟੂ ਜਨਰੇਸ਼ਨ ਰਹਿੰਦਿਆਂ ਹੋਇਆਂ ਨਾ ਅਸਲ ਦੇ ਵਿੱਚ ਜਿਹੜਾ ਉਹ ਬਾਡੀ ਦੇ ਵਿੱਚੋਂ ਘੱਟ ਹੋ ਜਾਂਦਾ ਹੈ। ਇਸੇ ਤਰ੍ਹਾਂ ਤੁਸੀਂ ਵੇਖੋ ਜੈਪਨੀਜ਼ ਲੋਕ ਨੇ, ਮੰਗੋਲੀਅਨ ਲੋਕ ਨੇ, ਉਹਨਾਂ ਦੀਆਂ ਅੱਖਾਂ, ਕਿਉਂਕਿ ਉੱਥੇ ਜਦੋਂ ਸਭਿਅਤਾ ਸਿਵਲਾਈਜੇਸ਼ਨ ਪੈਦਾ ਹੁੰਦੀ, ਉੱਥੇ ਲੋਕ ਹਿਊਮਨ ਰਹਿੰਦੇ ਨੇ, ਤੇ ਉੱਥੇ ਬਰਫੀਲੀਆਂ ਪਹਾੜੀਆਂ ਦੇ ਵਿੱਚ ਸੂਰਜ ਦੀਆਂ ਕਿਰਨਾਂ ਦੇ ਨਾਲ ਅੱਖਾਂ ਦੀ ਰੋਸ਼ਨੀ 'ਤੇ ਅਸਰ ਨਾ ਪਏ, ਉਹਨੂੰ ਛੋਟੀ ਛੋਟੀਆਂ ਅੱਖਾਂ ਉਸ ਤਰੀਕੇ ਦੇ ਨਾਲ ਇਵੋਲਵ ਕਰ ਦਿੱਤੀਆਂ। ਮਾਸ ਮੂੰਹ ਦਾ ਜ਼ਿਆਦਾ ਹੈ।
ਕਹਿਣ ਦਾ ਮਤਲਬ ਅਸਲ ਵਿੱਚ ਅਸੀਂ ਇੱਕ ਹੀ ਹਿਊਮਨ ਰੇਸ ਦੀ ਗੱਲ ਕਰਨੇ ਔਰ ਸਮਝਣੇ, ਔਰ ਕੁਦਰਤ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ। ਪਰ ਵੱਖ-ਵੱਖ ਇਲਾਕਿਆਂ ਦੇ ਵਿੱਚ ਰਹਿਣ ਕਰਕੇ ਬੰਦੇ ਦੇ ਚੱਕਰ ਚਿਹਨ ਵੱਖਰੇ ਹੋ ਗਏ ਨੇ ਤੇ ਅਸਲ ਦੇ ਵਿੱਚ ਬੰਦੇ ਦੇ ਰੰਗ ਰੂਪ ਥੋੜਾ ਜਿਹਾ ਫਰਕ ਲੱਗਦਾ ਹੈ। ਤੇ ਅਸੀਂ ਸਾਰੇ ਵੈਸੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਧੀਆਂ ਪੁੱਤਰ ਹਾਂ। ਤੇ ਇਹ ਗੱਲ ਅਸਲ ਦੇ ਵਿੱਚ ਭਗਤ ਨਾਮਦੇਵ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਸਿਖਾ ਰਹੇ ਨੇ ਕਿ ਇਹ ਸਾਰੀ ਦੁਨੀਆ ਹੀ ਅਸਲ ਦੇ ਵਿੱਚ ਸਾਰਾ ਸੰਸਾਰ ਹੀ ਰੱਬ ਦਾ ਬਾਗ ਹੈ ਤੇ ਉਹਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੀਆਂ ਟਿੰਡਾਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਪਾਣੀ ਇੱਕ ਹੀ ਹੈ, ਜੀਵਨ ਰੌਂ ਸਾਰਿਆਂ ਦੇ ਵਿੱਚ ਚੱਲਦੀ ਪਈ, ਜਿਹਦਾ ਮਤਲਬ ਹੈ ਸਾਨੂੰ ਐਜ਼ ਅ ਗਲੋਬਲ ਸਿਟੀਜ਼ਨ ਬਣ ਕੇ ਸਾਰੀ ਦੁਨੀਆ ਦੀ ਭਲਾਈ ਦੇ ਲਈ ਜਿਹੜਾ ਇਸ ਸ਼ਬਦ ਦੇ ਰਾਹੀਂ, ਔਰ ਬਹੁਤ ਸਾਰੇ ਸ਼ਬਦ ਨੇ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਾਂ ਅਸੀਂ ਸਰਬਤ ਦਾ ਭਲਾ ਮੰਗਦੇ ਹਾਂ, ਜਿਹਦਾ ਮਤਲਬ ਹੈ ਅਸੀਂ ਸਾਰੇ ਅਸਲ ਦੇ ਵਿੱਚ ਇੱਕ ਰੱਬ ਦੇ ਧੀਆਂ ਪੁੱਤਰ ਹਾਂ। ਕੇਵਲ ਹਿਊਮਨ ਬੀਇੰਗ ਹੀ ਨਹੀਂ, ਅੱਜ WHO ਵੱਲੋਂ ਕਈ ਵਾਰੀ ਇਹ ਕਿਹਾ ਜਾਂਦਾ ਵੀ 1 ਲਾਈਫ 1 ਹੈਲਥ, ਵੀ ਅਸਲ ਦੇ ਵਿੱਚ ਸਾਰੇ ਦੂਸਰੀ ਵੀ ਜਿਹੜੀਆਂ ਸਪੀਸੀਜ਼ ਨੇ ਨਾ, ਜੇ ਉਹ ਜਿਹੜੀ ਉਹਨਾਂ ਨਾਲ ਵੀ ਅਸੀਂ ਇੰਟਰਕਨੈਕਟਡ ਹਾਂ। ਜੇ ਕਿਧਰੇ ਉਹ ਸਪੀਸੀਜ਼ ਕ੍ਰੀਚਰਸ ਖਤਮ ਹੋਣਗੇ ਤੇ ਬੰਦੇ ਦੀ ਹੋਂਦ ਨੂੰ ਵੀ ਖਤਰਾ ਪੈਦਾ ਹੋ ਜਾਏਗਾ। ਇਸ ਕਰਕੇ ਸਾਰਿਆਂ ਦੀ ਜਿਹੜੀ 1 ਲਾਈਫ ਵੀ ਲਾਈਫ ਕਰਕੇ ਅਸੀਂ ਸਾਰੇ ਇੰਟਰਕਨੈਕਟਡ ਹਾਂ, ਜਾਨਵਰ ਵੀ, ਵਨਸਪਤੀ ਵੀ। ਤੇ ਉਹਨਾਂ ਕੋਲੋਂ ਕਿਉਂਕਿ ਆਪਾਂ ਵੇਖੋ ਬੰਦਾ ਆਕਸੀਜਨ ਦੀ ਪ੍ਰਾਪਤੀ ਲਈ ਦਰਖਤਾਂ ਦੇ ਉੱਤੇ, ਹੋਰ ਮੈਰੀਨ ਲਾਈਫ ਦੇ ਉੱਤੇ ਡਿਪੈਂਡ ਹੈ। ਇਸ ਤਰ੍ਹਾਂ ਕਾਰਬਨ ਡਾਈਆਕਸਾਈਡ ਹੈ, ਉਹ ਦਰਖਤ ਜਿਹੜੀ ਸਾਡੇ ਅਬਜ਼ੋਰਬ ਕਰ ਲੈਂਦੇ ਨੇ। ਕਹਿਣ ਦਾ ਮਤਲਬ ਅਸੀਂ ਸਾਰੇ ਇੰਟਰਕਨੈਕਟਡ ਹਾਂ। ਕਹਿਣ ਤੋਂ ਮੁਰਾਦ ਇੱਕ ਰੱਬ ਨੇ ਸਾਰੀ ਜਿਹੜੀ ਲਾਈਫ ਪੈਦਾ ਕੀਤੀ ਨਾ, ਸਾਰੇ ਉਹਦੇ ਹੀ ਧੀਆਂ ਪੁੱਤਰ ਨੇ ਅਸਲ ਦੇ ਵਿੱਚ। ਇਹ ਸ਼ਬਦ ਅਸੀਂ ਹਿਊਮਨ ਬੀਇੰਗ ਦੇ ਲਈ ਵਰਤਨੇ, ਪਰ ਸਾਰੀਆਂ ਸਪੀਸੀਜ਼ ਉਹਦੇ ਨਾਲ ਬਿਲੋਂਗ ਕਰਦੀਆਂ ਨੇ। ਤੇ ਗੁਰੂ ਸਾਹਿਬ ਜੀ ਇੱਥੇ ਅੱਜ ਦੇ ਸ਼ਬਦ ਦੇ ਅੰਦਰ ਭਗਤ ਨਾਮਦੇਵ ਜੀ ਕਹਿ ਰਹੇ ਨੇ ਹਰ ਕਾ ਬਾਗਰਾ, ਕਿ ਇਹ ਸਾਰੀ ਕਾਇਨਾਤ ਰੱਬ ਦਾ ਬਾਗ ਹੈ। ਨਾਚੈ ਪਿੰਦੀ ਮੈਂ ਸਾਗਰਾ, ਇਹਦੇ ਵਿੱਚ ਅਸਲ ਦੇ ਵਿੱਚ ਖੂਹ ਦੀਆਂ ਟਿੰਡਾਂ ਦੇ ਵਿੱਚ ਜਿਹੜੀ ਜੀਵਨ ਰੌਂ ਹੈ, ਪਾਣੀ ਜਿਹੜਾ ਕੰਮ ਕਰ ਰਿਹਾ, ਅਸਲ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੀ ਹੈ। ਪਹਿਲ ਪੁਰੀਏ ਪੁੰਡਰਕ ਵਨਾ, ਪਹਿਲਾਂ ਕੁਦਰਤ ਦੇ ਵਿੱਚ ਅਸਲ ਦੇ ਵਿੱਚ ਸਾਰਾ ਇਹ ਦੁਨੀਆ ਜਿਹੜੀ ਪਹਿਲ ਪੁਰੀਏ, ਜਿਹੜਾ ਪੁਰੀਏ ਲਫ਼ਜ਼ ਹੈ ਨਾ, ਪੁਰੀਏ ਦਾ ਮਤਲਬ ਪਹਿਲਾਂ ਜਿਹੜਾ ਸ਼ਬਦ ਹੈ। ਪੁੰਡਰਕ ਦਾ ਮਤਲਬ ਹੁੰਦਾ ਚਿੱਟਾ ਕਮਲ ਦਾ ਫੁੱਲ। ਇਹ ਸਾਰੀ ਦੁਨੀਆ ਇਸ ਤਰ੍ਹਾਂ ਸੀ ਜਿਵੇਂ ਚਿੱਟਾ ਕਮਲ ਦਾ ਫੁੱਲ ਹੋਵੇ। ਕਹਿਣ ਦਾ ਮਤਲਬ ਕੋਈ ਬੰਦਾ ਪਾਪੀ ਨਹੀਂ ਸੀ ਉਦੋਂ। ਤੇ ਉਸ ਤੋਂ ਬਾਅਦ ਜਿਵੇਂ ਅਸੀਂ ਕਈ ਵਾਰੀ ਸਮਝਣ ਦਾ ਯਤਨ ਕੀਤਾ ਆ 10-12 ਹਜ਼ਾਰ ਸਾਲ ਪਹਿਲਾਂ, ਜਦੋਂ ਹਿਊਮਨ ਸੈਟਲ ਡਾਊਨ ਹੋ ਕੇ ਇੱਕ ਥਾਂ ਤੇ ਬਸਤੀਆਂ ਦੇ ਰੂਪ ਦੇ ਵਿੱਚ, ਛੋਟੇ ਵਿਲੇਜਸ ਦੇ ਰੂਪ ਦੇ ਵਿੱਚ ਰਹਿਣੇ ਸ਼ੁਰੂ ਹੋਏ ਨੇ। ਉਸ ਤੋਂ ਪਹਿਲਾਂ ਕੋਈ ਵੀ ਬੰਦੇ ਨੇ ਅਜੇ ਚੰਗੇ ਮਾੜੇ ਦਾ, ਪਾਪ ਪੁੰਨ ਦਾ ਕਨਸੈਪਟ ਨਹੀਂ ਸੀ ਸਿਰਜਿਆ। ਦੂਸਰੇ ਐਨੀਮਲ ਦੀ ਤਰ੍ਹਾਂ ਜੰਗਲ ਦੇ ਵਿੱਚ ਰਹਿੰਦਾ ਸੀ। ਉਦੋਂ ਬੰਦਾ ਜਿਹੜਾ ਸਟੇਟ ਆਫ ਨੇਚਰ ਦੇ ਵਿੱਚ ਰਹਿ ਰਿਹਾ ਸੀ, ਜਿਹਨੂੰ ਥਾਮਸ ਹੌਬ ਯੂਰਪੀਅਨ ਜਿਹੜਾ ਲਿਖਾਰੀ ਲਿਖਦਾ, ਫਿਲੋਸਫਰ ਲਿਖਦਾ ਹੈ ਕਿ ਵਾਰ ਆਫ ਆਲ ਅਗੇਂਸਟ ਆਲ, ਵੀ ਹਰ ਬੰਦਾ ਨਾ ਕੇਵਲ ਆਪਣੇ ਸਰਵਾਈਵਲ ਵਾਸਤੇ ਜੀ ਰਿਹਾ ਸੀ। ਉਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਸੀ ਉਹ ਖਾ ਸਕਦਾ ਸੀ, ਜੋ ਮਰਜ਼ੀ ਕਰ ਸਕਦਾ ਸੀ। ਕਿਸੇ ਹੋਰ ਦੀ ਨਾ ਤੇ ਉਹਦੇ ਪ੍ਰਤੀ ਜ਼ਿੰਮੇਵਾਰੀ ਸੀ, ਨਾ ਉਹਦੇ ਫਰਜ਼ ਸਨ, ਕਿਉਂਕਿ ਜੇ ਸੁਸਾਇਟੀ ਨੇ ਉਹਦੇ ਤੇ ਫਰਜ਼ ਤੇ ਪੂਰਾ ਢਾਂਚਾ ਬਣਾ ਕੇ ਰੂਲ ਐਂਡ ਰੈਗੂਲੇਸ਼ਨ ਦਾ ਉਹਦੇ ਤੇ ਬੰਦੇ ਤੇ ਲਾਗੂ ਨਹੀਂ ਸੀ ਕੀਤਾ। ਇਸ ਕਰਕੇ ਹਰ ਬੰਦਾ ਉਦੋਂ ਫਾਈਟਰ ਸੀ, ਆਪਣੇ ਆਪ ਲਈ ਫਾਈਟ ਕਰਨਾ। ਮੰਨ ਲਓ ਕੋਈ ਖਾਣ ਵਾਸਤੇ ਚੀਜ਼ ਮਿਲੀ ਹੈ, 10 20 50 100 200 ਬੰਦੇ ਲੜਾਈ ਦੇ ਵਿੱਚ ਨੇ, ਤੇ ਬੰਦੇ ਦਾ ਮਕਸਦ ਹੈ ਆਪ ਖਾਣੀ ਉਹ ਖੋ ਕੇ ਜਿਵੇਂ ਮਰਜ਼ੀ, ਕਿਉਂਕਿ ਉਹਨੇ ਆਪਣੇ ਆਪ ਨੂੰ ਜੰਮਦਾ ਰੱਖਣਾ। ਉਹਦੇ ਉੱਤੇ ਕੋਈ ਮੋਰੈਲਿਟੀ ਤੇ ਐਥਿਕਸ ਲਾਗੂ ਨਹੀਂ ਹੋ ਰਿਹਾ ਉਦੋਂ ਅਸਲ ਦੇ ਵਿੱਚ ਪਾਪ ਪੁੰਨ ਜਗ ਜਾਇਆ ਭਾਈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਜਗਤ ਨੇ ਪੈਦਾ ਕੀਤਾ, ਅਜੇ ਉਦੋਂ ਪੈਦਾ ਨਹੀਂ ਹੋਇਆ ਉਹਦੇ ਲਈ। ਤੇ ਇਸ ਕਰਕੇ ਉਸ ਸਮੇਂ ਨਾ ਉਹਨੂੰ ਪੁੰਨੀ ਕਿਹਾ ਜਾ ਸਕਦਾ, ਨਾ ਪਾਪੀ ਕਿਹਾ ਜਾ ਸਕਦਾ। ਉਦੋਂ ਉਹ ਮੋਰਲ ਏਜੰਟ ਨਹੀਂ ਸੀ। ਮੋਰਲ ਏਜੰਟ ਦਾ ਮਤਲਬ ਹੈ ਜਿਵੇਂ ਸ਼ੇਰ ਕਿਸੇ ਬੰਦੇ ਤੇ ਸ਼ਿਕਾਰ ਕਰੇ ਕਿਸੇ ਤੇ ਅਸੀਂ ਉਹਨੂੰ ਬੁਰਾ ਜਾਂ ਭਲਾ ਨਹੀਂ ਕਹਿ ਸਕਦੇ, ਕਿਉਂਕਿ ਉਹ ਮੋਰਲ ਏਜੰਟ ਨਹੀਂ ਹੈ। ਉਹਦੀ ਕੋਈ ਡਿਊਟੀ ਨਹੀਂ ਵੀ ਉਹ ਮੋਰੈਲਿਟੀ ਨੂੰ ਜਾਂ ਸਾਡੇ ਬਣਾਏ ਹੋਏ ਐਥਿਕਸ ਨੂੰ ਫਾਲੋ ਕਰੇ। ਅਸਲ ਦੇ ਵਿੱਚ ਜਿਵੇਂ ਛੋਟਾ ਬੱਚਾ ਵੀ ਹੁੰਦਾ, ਉਹਦੇ ਤੇ ਵੀ ਮੋਰਲ ਏਜੰਟ ਉਹਨੂੰ ਨਹੀਂ ਕਿਹਾ ਜਾ ਸਕਦਾ।
ਤੇ ਇਸੇ ਤਰ੍ਹਾਂ ਬੰਦਾ ਵੀ ਇਸ ਸਟੇਟ ਆਫ ਨੇਚਰ ਅਵਸਥਾ ਦੇ ਵਿੱਚ ਰਹਿ ਰਿਹਾ ਸੀ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਉਦੋਂ ਸਾਰੇ ਬਿਲਕੁਲ ਠੀਕ ਨੇ। ਫਿਰ ਕੀ ਹੋਇਆ? ਅਥੌਨ ਪੁਰਸਾ ਦਮਰਾ, ਉਸ ਤੋਂ ਬਾਅਦ ਮਾਇਆ ਆਈ। ਜਦੋਂ ਬੰਦੇ ਨੇ ਇੱਕ ਥਾਂ ਤੇ ਰਹਿ ਕੇ ਖੇਤੀ ਕਰਨੀ ਸ਼ੁਰੂ ਕੀਤੀ ਨਾ, ਆਹ ਮੇਰੀ ਲੈਂਡ ਹੈ, ਆਹ ਦੂਸਰੇ ਦੀ ਲੈਂਡ ਹੈ, ਜਾਨਵਰਾਂ ਨੂੰ ਡੋਮੈਸਟੀਕੇਟ ਕਰਕੇ ਕਿ ਆਹ ਮੇਰਾ ਜਾਨਵਰ ਹੈ, ਉਹ ਦੂਸਰੇ ਦਾ ਜਾਨਵਰ, ਮੈਂ ਮੇਰੇ ਦੀ ਭਾਵਨਾ ਜਿੱਥੋਂ ਪੈਦਾ ਹੁੰਦੀ ਹੈ। ਫਿਰ ਫੈਮਿਲੀ, ਇੱਕ ਫੈਮਿਲੀ ਦੇ ਵਿੱਚ ਰਹਿਣ ਦੀ ਗੱਲ ਕੀਤੀ। ਉਸ ਤੋਂ ਪਹਿਲਾਂ ਜਿਹੜਾ ਮੈਰਿਜ ਸਿਸਟਮ ਵੀ ਨਹੀਂ ਸੀ, ਜਿਵੇਂ ਦੂਸਰੇ ਜਾਨਵਰਾਂ ਤਰ੍ਹਾਂ ਗਰੁੱਪ ਪੈਦਾ ਕਰਦਾ, ਜਿਹੜਾ ਇੱਕ ਮੇਲ ਇਹ ਹੈ ਤੇ ਉਹ BCD ਫੀਮੇਲ ਦੇ ਨਾਲ ਰੀਪਰੋਡਕਸ਼ਨ ਹੁੰਦੀ ਹੈ, ਗਰੁੱਪ ਜਿਹੜਾ ਬੱਚੇ ਪਾਲਦਾ। ਉਦੋਂ ਅਸਲ ਦੇ ਵਿੱਚ ਨਾ ਮੋਹ ਦੀ ਭਾਵਨਾ ਤੇ ਨਾ ਹੀ ਅਸਲ ਵਿੱਚ ਮੈਂ ਮੇਰੇ ਦੀ ਭਾਵਨਾ ਪਹਿਲਾਂ। ਤੇ ਜਦੋਂ ਮਾਇਆ ਦੇ ਨਾਲ ਬੰਦੇ ਦਾ ਵਾਹ ਪਿਆ ਤੇ ਮੈਂ ਮੇਰੇ ਦਾ ਖਿਆਲ ਪੈਦਾ ਹੋਇਆ, ਉਦੋਂ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਬੰਦੇ ਦੀ ਜਿਹੜੀ ਅੱਜ ਦੀ ਕਹਾਣੀ ਨਾ ਇਹ ਸ਼ੁਰੂ ਹੋਈ। ਤੇ ਹਜ਼ੂਰ ਕਹਿੰਦੇ ਨੇ ਅਥੋਨ ਪੁਰਸਾ ਦਮਰਾ, ਅਸਗਾ ਅਸ ਉਸਗਾ, ਇਸ ਬੰਦੇ ਦਾ ਰੱਬ ਦਾ ਤੇ ਮਾਇਆ ਦਾ ਮਿਲਾਪ ਹੁੰਦਾ। ਫਿਰ ਕ੍ਰਿਸ਼ਨਾ ਤੇ ਜਾਨਵ, ਕ੍ਰਿਸ਼ਨ ਜਿਵੇਂ ਕਾਲਾ ਸੀ ਨਾ ਉਹਦਾ ਰੰਗ, ਤੇ ਇਸ ਕਰਕੇ ਉਹਦਾ ਨਾਂ ਜਿਹੜਾ ਕ੍ਰਿਸ਼ਨ ਸੀ। ਇੱਥੇ ਮਾਇਆ ਦੇ ਲਈ ਕ੍ਰਿਸ਼ਨਾ ਸ਼ਬਦ ਵਰਤਿਆ ਗਿਆ। ਫਿਰ ਬੰਦਿਆਂ ਦੇ ਅੰਦਰ ਮਾਇਆ ਦੀ ਕਾਲਖ ਪੈਦਾ ਹੋਈ। ਅਸਲ ਦੇ ਵਿੱਚ ਜਿਵੇਂ ਜਿਵੇਂ ਮੈਟਰ ਵੱਧਦਾ ਜਾ ਰਿਹਾ ਨਾ, ਉਵੇਂ ਉਵੇਂ ਬੰਦਾ ਅੱਜ ਵੀ ਕਰਪਟ ਹੁੰਦਾ ਜਾ ਰਿਹਾ, ਵੱਡੀਆਂ ਵੱਡੀਆਂ ਚੋਰੀਆਂ ਨੂੰ ਅੰਜਾਮ ਦਿੰਦਾ, ਵੱਡੇ ਵੱਡੇ ਕ੍ਰਾਈਮ ਨੂੰ। ਔਰ ਜਿੰਨੀ ਜਿੰਨੀ ਤੁਸੀਂ ਵੇਖੋ, ਜਦੋਂ ਪੁਰਾਤਨ ਅੱਜ ਤੋਂ 5 7 8 ਜਾਂ 10 ਹਜ਼ਾਰ ਸਾਲ ਪਹਿਲਾਂ ਬੰਦਾ ਲੜਦਾ ਸੀ ਤੇ ਉਦੋਂ ਡਾਂਗਾਂ ਦੇ ਨਾਲ ਆਮ ਕਰਕੇ ਲੜਾਈ ਹੁੰਦੀ ਸੀ ਜਾਂ ਛੋਟੇ ਮੋਟੇ ਹਥਿਆਰਾਂ ਦੇ ਨਾਲ। ਉਹਨਾਂ ਹਾਲਾਤਾਂ ਦੇ ਵਿੱਚ ਬੰਦਾ ਦੂਜੇ ਨੂੰ ਮਾਰਨ ਦੀ ਸਮਰੱਥਾ ਵੀ ਘੱਟ ਸੀ। ਅੱਜ ਜਦੋਂ ਲੜਾਈ ਹੁੰਦੀ, ਵੱਡੇ ਵੱਡੇ ਬੰਬ ਫੜਦੇ ਨੇ, ਇੱਕ ਹੀ ਬੰਦਾ ਅਸਲ ਦੇ ਵਿੱਚ ਨਾਗਾਸਾਕੀ, ਹੀਰੋਸ਼ੀਮਾ ਵਰਗੇ ਕਰੋੜਾਂ ਥਾਵਾਂ ਤੇ ਲੱਖਾਂ ਬੰਦਿਆਂ ਨੂੰ ਮਾਰਨ ਦੀ ਸਮਰੱਥਾ ਪੈਦਾ ਕਰ ਚੁੱਕਾ ਹੈ। ਇਸੇ ਤਰ੍ਹਾਂ ਜਿਵੇਂ ਜਿਵੇਂ ਪੈਸਾ ਵੱਧਦਾ ਜਾ ਰਿਹਾ, ਉਵੇਂ ਉਵੇਂ ਕਰਪਸ਼ਨ ਵੀ ਜਿਹੜੀ ਵੱਧਦੀ ਜਾ ਰਹੀ। ਇਸ ਕਰਕੇ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਬੜੇ ਕਮਾਲ ਦੀ ਸੇਧ ਦਿੰਦਾ। ਹਜ਼ੂਰ ਕਹਿੰਦੇ ਨੇ ਜਿੰਨੀ ਮਾਇਆ ਦੀ ਕਲ ਖਾਈ, ਤੇ ਫਿਰ ਇਹ ਸਿਲਸਿਲਾ ਚੱਲਿਆ ਵੀ ਬੰਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਜਿਹੜਾ ਜੀ ਰਿਹਾ ਹੈ। ਅਗਲੀ ਗੱਲ ਹਜ਼ੂਰ ਕਰਦੇ ਨੇ ਨਾਚੰਤੀ ਗੋਪੀ ਜਨਾ, ਇਹ ਮਾਇਆ ਦਾ ਨਾਚ ਕੁਦਰਤ ਦੇ ਵਿੱਚ ਹੋ ਰਿਹਾ। ਇੱਥੇ ਗੋਪੀ ਦਾ ਮਤਲਬ ਹੈ ਕ੍ਰਿਸ਼ਨ ਦੀਆਂ ਗੋਪੀਆਂ ਦਾ ਇੱਕ ਮੈਟਾਫੋਰਿਕ ਲੈਂਗੁਏਜ ਦੇ ਵਿੱਚ ਗੱਲ ਕੀਤੀ ਗਈ ਹੈ, ਉਹ ਅਲੰਕਾਰ ਲਿਆ ਉਹਨਾਂ ਨੇ। ਤੇ ਗੋਪੀ ਦਾ ਮਤਲਬ ਹੈ ਫੀਮੇਲ, ਜਿੰਨੀਆਂ ਵੀ ਕੁਦਰਤ ਦੇ ਵਿੱਚ, ਕੇਵਲ ਜਿਹੜਾ ਹਿਊਮਨ ਬੀਇੰਗ ਦੇ ਅੰਦਰ ਹੀ ਨਹੀਂ ਲੇਡੀਜ਼ ਦੀ ਗੱਲ ਕੀਤੀ ਜਾ ਰਹੀ, ਜਿੰਨੀ ਵੀ ਫੀਮੇਲ ਨੇ। ਜਨਾ ਦਾ ਮਤਲਬ ਹੈ ਜਿੰਨੇ ਵੀ ਮੇਲ ਨੇ, ਕਿਉਂਕਿ ਪਹਿਲਾਂ ਤੁਸੀਂ ਵੇਖੋ ਸਾਡੇ ਜਿਹੜੇ ਹਿਊਮਨ ਦੇ ਬਜ਼ੁਰਗਾਂ ਨੇ ਨਾ ਆਲੇ ਦੁਆਲੇ ਵੇਖਿਆ ਵੀ ਜਿਹੜੀ ਲਾਈਫ ਹੈ ਅੱਗੋਂ ਚੱਲ ਰਹੀ, ਬੱਚੇ ਪੈਦਾ ਹੁੰਦੇ ਨੇ ਮੇਲ ਫੀਮੇਲ ਕਰਕੇ ਹੁੰਦੇ ਨੇ। ਇਸ ਕਰਕੇ ਜਿਹੜੀਆਂ ਹਿਊਮਨ ਸਿਵਲਾਈਜੇਸ਼ਨ ਸੀ, ਉਹਨਾਂ ਨੇ ਕਿਹਾ ਵੀ ਜਿਹੜਾ ਕੁਦਰਤ ਵੀ ਨਾ ਸਾਰੀ ਮੇਲ ਫੀਮੇਲ ਤੋਂ ਹੀ ਬਣੀ, ਉਹੀ ਸਿਲਸਿਲਾ। ਤੇ ਇਸ ਕਰਕੇ ਤੁਸੀਂ ਵੇਖੋ ਚਾਈਨੀਜ਼ ਸਿਵਲਾਈਜੇਸ਼ਨ ਦੇ ਵਿੱਚ ਜਿਹੜਾ ਪ੍ਰਕਿਰਤੀ ਹੈ ਉਹਦੇ ਬਾਰੇ ਯਿਨ ਯੈਂਗ ਦਾ ਜ਼ਿਕਰ ਵੀ ਔਰਤ ਤੇ ਮਰਦ ਦੋ ਸ਼ਕਤੀਆਂ ਜਿਹੜੀਆਂ ਮੰਨੀਆਂ ਗਈਆਂ। ਇਸੇ ਤਰ੍ਹਾਂ ਐਡਮ ਈਵ ਦੀ ਗੱਲ ਕ੍ਰਿਸਚੀਅਨਿਟੀ ਦੇ ਵਿੱਚ ਕੀਤੀ ਗਈ। ਇਸੇ ਤਰ੍ਹਾਂ ਜਿਹੜਾ ਕੁਰਾਨ ਦੇ ਵਿੱਚ ਵੀ ਕਿਹਾ ਵੀ ਰੱਬ ਨੇ ਸਾਰੇ ਜੀਵਾਂ ਦੇ ਪੇਅਰ ਬਣਾਏ ਨੇ। ਤੇ ਇੱਕ ਕੁਝ ਸਮਾਂ ਪਹਿਲਾਂ ਇੱਕ ਵਿਆਖਿਆਕਾਰ ਗੁਰਬਾਣੀ ਦੀ ਕਰ ਰਹੇ ਸਨ ਵੀ ਆ ਸਾਰੇ ਜੀਵਾਂ ਦੇ ਜੋੜੇ ਕਿਵੇਂ ਬਣੇ। ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਜਿਵੇਂ ਧਰਤੀ ਦੇ ਉੱਤੇ ਗੁਰੂ ਸਾਹਿਬ ਜੀ ਨੇ 5 ਪਿਆਰਿਆਂ ਦੇ ਰੂਪ ਦੇ ਵਿੱਚ ਅੰਮ੍ਰਿਤ ਸੰਚਾਰ ਕੀਤਾ ਸੀ ਨਾ, ਪਹਿਲਾ ਗਰੁੱਪ ਗੁਰੂ ਸਾਹਿਬ ਜੀ ਨੇ ਬਣਾ ਦਿੱਤਾ 5 ਪਿਆਰਿਆਂ ਦਾ। ਉਸ ਤੋਂ ਬਾਅਦ ਜਿੱਥੇ ਜਿੱਥੇ ਸੰਚਾਰ ਹੁੰਦਾ ਹਰ ਥਾਂ ਤੇ ਨਵੇਂ 5 ਪਿਆਰੇ ਉਹ ਜਿਹੜੀ ਪ੍ਰਥਾ ਚਲਾ ਦਿੱਤੀ। ਤੇ ਰੱਬ ਨੇ ਪਹਿਲੇ 2 ਮਰਦ ਰੂਪ ਤੇ ਔਰਤ ਦੇ ਰੂਪ ਦੇ ਵਿੱਚ ਜਿਹੜੇ 2 ਜੋੜਾ ਬਣਾ ਦਿੱਤਾ। ਉਸ ਤੋਂ ਬਾਅਦ ਸਾਰੀ ਮਨੁੱਖਤਾ ਜਿਵੇਂ ਐਡਮ ਤੇ ਈਵ ਦੇ ਨਾਲ ਸਟੋਰੀ ਉਹ ਮਿਲਦੀ ਸੀ। ਪਰ ਅੱਜ ਜਿਹੜਾ ਐਵੋਲਿਊਸ਼ਨ ਦੀ ਥਿਊਰੀ ਦੇ ਅਕਾਰਡਿੰਗ ਸਦੀਆਂ ਪਹਿਲਾਂ ਬੈਕਟੀਰੀਆ ਤੋਂ ਚੱਲਿਆ ਹੋਇਆ ਲਾਈਫ ਤੇ ਜਿਹੜੀ ਆਪਣੇ ਆਪ ਤੋਂ ਰੀਪਰੋਡਕਸ਼ਨ ਹੁੰਦੀ ਸੀ, ਜਿਹਦੇ ਲਈ ਸ਼ਬਦ ਵਰਤਿਆ ਜਾਂਦਾ ਪਰਥੈਨੋਜੈਨੇਸਿਸ, ਵੀ ਜਿਹੜੇ ਅਸਲ ਦੇ ਵਿੱਚ ਜੀਵ ਆਪਣੇ ਆਪ ਤੋਂ ਹੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਸੀ। ਅੱਜ ਵੀ ਕੁਝ ਸਪੀਸੀਜ਼ ਦੇ ਵਿੱਚ ਜਿਵੇਂ ਹੈਮਰ ਜਿਹੜਾ ਹੈਡ ਸ਼ਾਰਕ ਹੈਗੀ ਹੈ, ਉਹ ਨਾ ਮੇਲ ਫੀਮੇਲ ਤੋਂ ਬਿਨਾਂ ਆਪਣੇ ਆਪ ਤੋਂ ਰੀਪਰੋਡਕਸ਼ਨ ਕਰ ਸਕਦੀ ਹੈ। ਇਸ ਤਰ੍ਹਾਂ ਬਹੁਤ ਸਾਰੇ ਜਾਨਵਰ ਨੇ ਜਿਨ੍ਹਾਂ ਦੀ ਸਟੱਡੀ ਤੋਂ ਬਾਅਦ ਵੀ ਸਦੀਆਂ ਇਹ ਸਿਲਸਿਲਾ ਚੱਲਦਾ ਰਿਹਾ। ਤੇ ਅਰਬ ਕੁ ਸਾਲ, 1.5 ਅਰਬ ਸਾਲ ਪਹਿਲਾਂ ਸਾਰੀਆਂ ਸਪੀਸੀਜ਼ ਜਿਹੜੀਆਂ ਨੇ ਉਹ ਮੇਲ ਫੀਮੇਲ ਦੇ ਵਿੱਚ ਇਵੋਲਵ ਹੋਈਆਂ ਨੇ।
ਤੇ ਇੱਥੇ ਭਗਤ ਨਾਮਦੇਵ ਜੀ ਬਸ ਇਸ ਤਰ੍ਹਾਂ ਦੀ ਗੱਲ ਜਿਹੜੀ ਕਰ ਰਹੇ ਨੇ ਕਿ ਜਿੰਨੀਆਂ ਵੀ ਧਰਤੀ ਦੇ ਉੱਤੇ ਮੇਲ ਨੇ ਤੇ ਫੀਮੇਲ ਦੋਵੇਂ, ਇਹ ਕੁਦਰਤ ਦਾ ਜਿਹੜਾ ਸਿਲਸਿਲਾ ਅੱਗੇ ਚੱਲ ਰਿਹਾ ਹੈ। ਇਹ ਮਾਇਆ ਦਾ ਨਾਚ ਆਪਣੇ ਆਪ ਦੇ ਵਿੱਚ ਨੱਚਿਆ ਜਾ ਰਿਹਾ ਹੈ ਤੇ ਕੁਦਰਤ ਦਾ ਇਹ ਸਿਲਸਿਲਾ ਅੱਗੇ ਚੱਲ ਰਿਹਾ ਹੈ। ਪਰ ਨਈਆ ਤੇ ਬੈਰੇ ਕਰਨਾ, ਉਸ ਅਕਾਲ ਪੁਰਖ ਵਾਹਿਗੁਰੂ ਤੋਂ, ਬੈਰੇ ਦਾ ਮਤਲਬ ਹੈ ਸਖਣਾ, ਕੰਨਾਂ ਦਾ ਮਤਲਬ ਹੈ ਕੌਣ ਹੈ, ਵੀ ਇਹਦੇ ਪਿੱਛੇ ਤੇ ਅਸਲ ਦੇ ਵਿੱਚ ਜਿਹੜੀ ਤਾਕਤ ਕਰ ਰਹੀ ਹੈ ਕੰਮ, ਉਹ ਰੱਬ ਹੀ ਹੈ, ਅਕਾਲ ਪੁਰਖ ਵਾਹਿਗੁਰੂ ਹੀ ਹੈ। ਇਸ ਕਰਕੇ ਉਸ ਤੋਂ ਸਖਣਾ ਕੋਈ ਨਹੀਂ। ਸਾਰਿਆਂ ਦੇ ਵਿੱਚ ਉਹਨੇ ਸਾਰਿਆਂ ਨੂੰ ਪੈਦਾ ਕੀਤਾ ਤੇ ਉਹ ਲਾਅ ਦੇ ਰੂਪ ਦੇ ਵਿੱਚ ਵੀ ਹੈ ਤੇ ਪੂਰਨ ਤੌਰ ਤੇ ਕੰਟਰੋਲ ਵੀ ਵਾਹਿਗੁਰੂ ਕਰ ਰਿਹਾ ਹੈ। ਇਸ ਕਰਕੇ ਭਗਤ ਨਾਮਦੇਵ ਜੀ ਕਹਿ ਰਹੇ ਨੇ ਤਰਕ ਨਾ ਜਾ, ਇਸ ਗੱਲ ਦੇ ਉੱਤੇ ਤਰਕ ਨਾ ਕਰੋ ਕਿ ਕੋਈ ਬੰਦਾ ਵੱਖਰਾ ਹੈ ਤੁਹਾਡੇ ਤੋਂ। ਸਾਰਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਲਾਅ, ਕੁਦਰਤ ਦਾ ਕਾਨੂੰਨ ਕੰਮ ਕਰ ਰਿਹਾ ਹੈ। ਭਰਮੀਆਂ ਚਾਹ ਆਪਣੇ ਅੰਦਰ ਦੇ ਭਰਮ ਜਿਹੜੇ ਦੂਰ ਕਰਦੇ, ਕੇਸ਼ਵਾ ਬਚਾਉਣੀ ਅਈਏ ਮਈਏ ਇੱਕ ਆਨ ਜੀਓ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਚਨਾਂ ਤੇ ਜੇ ਅਮਲ ਕਰੀਏ ਤੇ ਸਾਰੀਆਂ ਥਾਵਾਂ ਤੇ, ਇੱਥੇ ਉੱਥੇ ਹਰ ਥਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਹੀ ਵਸਿਆ ਹੋਇਆ। ਉਸ ਤੋਂ ਬਿਨਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅਸੀਂ ਕਈ ਵਾਰੀ ਕਹਿੰਦੇ ਹਾਂ ਭਗਤ ਨਾਮਦੇਵ ਜੀ ਨੂੰ 70 ਵਾਰੀ ਰੱਬ ਦੇ ਦੀਦਾਰ ਕੀਤੇ ਉਹਨਾਂ ਨੇ, ਤੇ ਕਈ ਵਾਰੀ ਉਹਨਾਂ ਦੇ ਨਾਲ ਸਾਖੀਆਂ ਵੀ ਮਰ ਦਿੱਤੀਆਂ ਗਈਆਂ ਵੀ ਉਹ ਕੁੱਤੇ ਦੇ ਰੂਪ ਦੇ ਵਿੱਚ ਵੀ ਆਇਆ ਭਗਤ ਨਾਮਦੇਵ ਜੀ, ਵੀ ਉਹਨਾਂ ਨੂੰ ਰੱਬ ਨੇ ਇਸ ਰੂਪ ਦੇ ਵਿੱਚ ਦਰਸ਼ਨ ਦਿੱਤੇ। ਪਰ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਜਿਹੜਾ ਭਗਤ ਦਾ ਕ੍ਰਾਈਟੀਰੀਆ ਨਾ, ਕ੍ਰਾਈਟੀਰੀਆ ਭਗਤ ਦਾ ਇਹ ਕਹਿੰਦਾ ਵੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਇੱਕ ਘੜੀ ਨਾ ਮਿਲੇ ਤੇ ਉਹ ਕਹਿੰਦੇ ਨੇ ਕਲਯੁਗ ਹੁੰਦਾ। ਤੇ ਉਹ ਕਹਿੰਦੇ ਨੇ ਬਾਣੀ ਦੇ ਅੰਦਰ ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਉਹ ਇਸ ਸ਼ਬਦ ਦੇ ਵਿੱਚ ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ, ਕਿ ਲੋਕੋ ਰੱਬ ਦੇ ਬਚਨਾਂ ਦੇ ਉੱਤੇ ਭਰੋਸਾ ਕਰੋ, ਹਰ ਥਾਂ ਤੇ ਰੱਬ ਹੀ ਏ, ਉਸ ਤੋਂ ਬਿਨਾ ਕੋਈ ਹੈ ਹੀ ਨਹੀਂ। ਉਹਦੀ ਹੀ ਕਰਾਮਾਤ ਜਿਹੜੀ ਵਾਪਰ ਰਹੀ, ਉਹਨਾਂ ਨੂੰ 24 ਘੰਟੇ ਦਿਸ ਰਿਹਾ। ਪਰ ਜਿਹੜੇ ਥਰਡ ਕਲਾਸ ਹੁੰਦੇ ਨੇ, ਜਿਨ੍ਹਾਂ ਦੀ ਭਗਤੀ ਦਾ ਐਕਸਪੀਰੀਅੰਸ ਨਹੀਂ ਹੁੰਦਾ, ਉਹ ਭਗਤਾਂ ਦੀ ਟ੍ਰਿਵਲਾਈਜੇਸ਼ਨ ਕਰ ਦਿੰਦੇ ਨੇ, ਉਹਨਾਂ ਨੂੰ ਛੁਟਿਆ ਦਿੰਦੇ ਨੇ। ਉਹ ਸੋਚਦੇ ਨੇ 60-70 ਵਾਰੀ ਦਰਸ਼ਨ ਹੋਏ ਹੋਣਗੇ। ਤੇ ਅਸਲ ਦੇ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ, ਜਦੋਂ ਗੁਰੂ ਸਾਹਿਬ ਵੀ ਕਹਿੰਦੇ ਨੇ ਬਾਣੀ ਦੇ ਵਿੱਚ, ਦੋਏ ਦੋਏ ਲੋਚਨ ਪੇਖਾਂ ਹੋਂ ਹਰ ਬਿਨ ਔਰ ਨਾ ਦੇਖਾਂ, ਵੀ ਰੱਬ ਤੋਂ ਬਿਨਾ ਮੈਂ ਕੋਈ ਦੇਖਦਾ ਹੀ ਨਹੀਂ। ਸੌਰੀ। ਭਗਤ ਨਾਮਦੇਵ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ ਪਿੰਦੀ ਊਬ ਕਲੇ ਸੰਸਾਰਾ, ਵੀ ਅਸਲ ਦੇ ਵਿੱਚ ਜਿਹੜੀਆਂ ਟਿੰਡਾਂ ਨੇ ਉਹ ਬਾਰ-ਬਾਰ ਆ ਰਹੀਆਂ ਨੇ ਪਾਣੀ ਦੇ ਅੰਦਰ, ਦੇ ਸੰਸਾਰ ਦੇ ਅੰਦਰ। ਭਰਮ ਆਏ ਤੁਮਚੇ ਦੁਆਰਾ, ਉਹ ਅਸਲ ਦੇ ਵਿੱਚ ਟਿੰਡਾਂ ਭਰਦੀਆਂ ਨੇ ਫਿਰ ਖਾਲੀ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਸਾਰੇ ਸੰਸਾਰ ਦਾ ਜੀਵਨ ਜਿਹੜਾ ਚੱਲਿਆ ਹੋਇਆ, ਭਗਤ ਨਾਮਦੇਵ ਜੀ ਇਹ ਜ਼ਿਕਰ ਕਰ ਰਹੇ ਨੇ। ਤੇ ਹਜ਼ੂਰ ਕਹਿੰਦੇ ਨੇ ਮੈਂ ਭਟਕ ਕੇ ਮੈਂ ਉਸ ਅਕਾਲ ਪੁਰਖ ਦੇ ਦਰਵਾਜ਼ੇ ਤੇ ਆਇਆ। ਸਾਨੂੰ ਵੀ ਕਹਿੰਦੇ ਨੇ ਵੀ ਉਸ ਰੱਬ ਦੇ ਦਰਵਾਜ਼ੇ ਤੇ ਕਿਵੇਂ ਜਾਣਾ। ਤੇ ਕਹਿੰਦੇ ਨੇ ਰੱਬ ਦੇ ਨਾਲ ਮੇਰੀ ਗੱਲਬਾਤ ਹੋਈ, ਜਿਵੇਂ ਅਸੀਂ ਫੋਨ ਤੇ ਕਰਨੇ ਆ, ਤੂੰ ਕੌਣ ਰੇ, ਤੂੰ ਕੌਣ ਹੋ ਤੁਸੀਂ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਜੀ ਨਾਮਾ, ਮੈਂ ਜੀ ਨਾਮਦੇਵ ਹਾਂ। ਤੇ ਉਹ ਕਹਿੰਦੇ ਨੇ ਹੋ ਜੀ, ਤੁਹਾਨੂੰ ਕੀ ਚਾਹੀਦਾ ਹੈ। ਭਗਤ ਨਾਮਦੇਵ ਜੀ ਨਾਲ ਗੱਲ ਹੋ ਰਹੀ ਰੱਬ ਦੀ, ਕਿਉਂਕਿ ਭਗਤ ਨਾ ਕੁਦਰਤ ਨਾਲ ਗੱਲ ਜਦੋਂ ਕਰਦੇ ਨੇ ਰੱਬ ਦੇ ਨਾਲ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਾਂ ਬਿਰਹਾ ਜਾਲੀ, ਬਹੁਤ ਸਾਰੇ ਸ਼ਬਦ ਮਿਲਦੇ ਨੇ। ਤੇ ਹਜ਼ੂਰ ਕਹਿੰਦੇ ਨੇ ਜਦੋਂ ਉਹਦੇ ਨਾਲ ਗੱਲ ਕੀਤੀ ਤੇ ਉਹਨੇ ਪੁੱਛਿਆ ਤੁਸੀਂ ਕੌਣ ਹੋ, ਤੁਹਾਨੂੰ ਕੀ ਚਾਹੀਦਾ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਆਲਾ ਤੇ ਨਿਵਾਰਨਾ ਜਮ ਕਾਰਨਾ, ਮੈਨੂੰ ਮਾਇਆ ਦੀ ਕਾਲਖ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈਸ਼ ਨਿੰਦਾ ਚੁਗਲੀ, ਸਾਰੀਆਂ ਬੁਰੀਆਂ ਆਦਤਾਂ ਤੋਂ ਰੱਬਾ ਬਚਾ ਲੈ, ਜਿਹੜੀਆਂ ਜਮਦੂਤ ਬਣ ਕੇ ਅਸਲ ਦੇ ਵਿੱਚ ਮੈਨੂੰ ਇੱਥੇ ਹੀ ਸਜ਼ਾ ਦੇ ਰਹੀਆਂ, ਜਮਦੂਤਾਂ ਦਾ ਕਾਰਨ ਬਣੀਆਂ ਹੋਈਆਂ ਨੇ। ਤੇ ਕਿਉਂਕਿ ਦੁਨੀਆ ਦੇ ਅੰਦਰ ਨਾ ਬੰਦੇ ਦੀਆਂ ਆਪਣੀਆਂ ਵਾਸ਼ਨਾਵਾਂ ਹੀ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਬੰਦੇ ਨੂੰ ਅੰਦਰੋਂ ਦੁਖੀ ਕਰਦੀਆਂ ਜਿਉਂਦੇ ਬੰਦੇ ਦੀਆਂ। ਇਸ ਕਰਕੇ ਡਿਜ਼ਾਇਰਸ ਦੇ ਉੱਤੇ ਕਾਬੂ ਪਾਣਾ ਤੇ ਆਪਣੇ ਆਪ ਨੂੰ ਰੱਬ ਦੀਆਂ ਭਗਤੀ ਦੇ ਵਿੱਚ ਜੋੜਨਾ, ਇਹ ਭਗਤਾਂ ਦੇ ਜੀਵਨ ਦਾ ਮਿਸ਼ਨ ਰਿਹਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਹ ਅਮੋਲਕ ਵਿਚਾਰ ਸਾਡੇ ਅੰਦਰ ਦਾ ਸ਼ਿੰਗਾਰ ਬਣ ਜਾਣ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਹੋਤਾ ਗਾਵ ਹਰੀ ਕੇਰਾ ਮਹੰਜਨੀ ਵਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਰ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ